ਵਾਹਿਗੁਰੂ ਸਾਹਿਬ ਜੀਓ। ਜਪਜੀ ਸਾਹਿਬ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਚੋਟਾ ਨ ਖਾਏ, ਮੰਨੈ ਜਮ ਕੇ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਸੋਏ ਨਾਮ। ਜਦੋਂ ਅਸੀਂ ਧਰਮ ਦੀ ਖੋਜ ਕਰਾਂਗੇ, ਧਰਮ ਤੇ ਧਰਮ ਪਿਆਰਿਓ ਦੋ ਤਰ੍ਹਾਂ ਵਿਚਾਰਿਆ ਜਾਂਦਾ। ਇੱਕ ਹੈ ਕੌਮ, ਜਿਹਦੇ ਵਿੱਚ ਕੋਈ ਹਿੰਦੂ ਹੁੰਦਾ, ਕੋਈ ਮੁਸਲਮਾਨ ਹੁੰਦਾ, ਕੋਈ ਸਿੱਖ ਹੁੰਦਾ, ਕੋਈ ਈਸਾਈ ਹੁੰਦਾ, ਕੋਈ ਬੋਧੀ ਹੁੰਦਾ, ਕੋਈ ਗਿਆਨੀ ਹੁੰਦਾ। ਕੌਮ ਇਹਨੂੰ ਕਹਿੰਦੇ ਕੌਮੀਅਤ। ਇੱਕ ਹੁੰਦਾ ਧਰਮ, ਜਿੱਥੇ ਧਰਮ ਕਿਸੇ ਦੇ ਅੰਦਰ ਪੈਦਾ ਹੋ ਗਿਆ। ਜਿਹੜੀ ਸਤਿਗੁਰਾਂ ਨੇ ਅੱਜ ਗੱਲ ਕੀਤੀ, ਮੰਨੇ ਸੁਰਤ ਹੋਵੇ ਮਨ ਬੁੱਧ। ਸਾਡੀ ਸੁਰਤੀ, ਸਾਡੀ ਬੁੱਧੀ, ਸਾਡੀ ਅਕਲ, ਸਾਡੀ ਵਿਚਾਰ ਸਭੇ ਸਾਂਝੀਵਾਲ ਸਦਾਇਨ ਤੋਂ ਕਿਸੇ ਨੂੰ ਦਿਸੇ ਬਾਹਰ ਜੀਵ ਨੂੰ ਮੰਨ ਜਾਵੇ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪ੍ਰਾਣ। ਜਿੰਨਾ ਚਿਰ ਮੈਂ ਸਿੱਖ ਹਾਂ ਤੇ ਆਪਦੀ ਕੌਮ ਬਾਰੇ ਬਹੁਤ ਜ਼ਿਆਦਾ ਕੱਟੜ ਹਾਂ, ਸੋਚਦਾ ਹਾਂ ਮੇਰੀ ਹੀ ਕੌਮ। ਅਜੇ ਧਰਮ ਦਾ ਇਹ ਵਾਲਾ ਬੀਜ ਪੈਦਾ ਨਹੀਂ ਹੋਇਆ। ਮੰਨੇ ਸੁਰਤ ਹੋਵੇ ਮਨ ਬੁੱਧ। ਅਜੇ ਰੱਬ ਨੂੰ ਨਹੀਂ ਮੰਨਿਆ। ਜਿਸ ਦਿਨ ਸਾਡੀ ਸੁਰਤ ਨੇ ਰੱਬ ਨੂੰ ਮੰਨ ਲਿਆ, ਉਸ ਦਿਨ ਅੰਦਰੋਂ ਸਾਡੀ ਸੁਰਤ ਇਹ ਗੱਲ ਮੰਨੇਗੀ ਸਾਰਾ ਕੁਝ ਕੁਦਰਤ ਦੀ ਖੇਡ ਹੈ, ਨਿਰੰਕਾਰ ਦਾਤੇ ਦੀ। ਉਹ ਆਪਦੀ ਕੌਮ ਪਿੱਛੇ ਨਹੀਂ ਲੜਦਾ ਕੇਵਲ, ਉਹ ਕੇਵਲ ਆਪਣੀ ਕੌਮ ਪਿੱਛੇ ਹੀ ਡੰਡੋ ਸੁੱਟੀ ਨਹੀਂ ਹੁੰਦਾ। ਜਦੋਂ ਕੌਮ ਦੀ ਗੱਲ ਆਉਂਦੀ ਤੇ ਕੌਮ ਦੇ ਬਹਾਦਰ ਯੋਧੇ ਹੋਇਆ ਕਰਦੇ। ਕਲਗੀਧਰ ਪਾਤਸ਼ਾਹ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਸੀ। ਕੌਮ, ਮੈਂ ਆਪਣੇ ਪੁੱਤਰਾਂ ਨੂੰ ਰਾਜ ਦੇਣਾ। ਤੇ ਬੰਦਾ ਸਿੰਘ ਬਹਾਦਰ ਨੂੰ ਧਰਮ ਦਾ ਤਾਂ ਕੋਈ ਪਤਾ ਨਹੀਂ ਸੀ, ਧਰਮ ਕੀ ਹੈ। ਉਹਨੂੰ ਤਾਂ ਕੌਮ ਦਾ ਪਤਾ ਸੀ, ਕੌਮੀਅਤ ਲੈ ਕੇ ਆਇਆ ਸੀ। ਉਸਨੇ ਰਾਜ ਭਾਗ ਬਖਸ਼ਿਆ। ਤੇ ਅਸੀਂ ਜਿਸ ਚੀਜ਼ ਤੋਂ ਪ੍ਰਭਾਵਿਤ ਹੁੰਦੇ, ਇਹ ਮਨ ਸ਼ਕਤੀ, ਇਹ ਮਨ ਸ਼ਕਤੀਆਂ ਦਾ ਮੁਜੱਸਮਾ ਹੈ। ਸ਼ਕਤੀਆਂ ਚਾਹੇ ਰੂਹਾਨੀ ਹੋਣ, ਅਗੰਮੀ ਤਾਕਤਾਂ, ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਗਿਣਦੇ, ਜਿਨ੍ਹਾਂ ਨੂੰ ਅਸੀਂ ਸੰਤ ਗਿਣਦੇ, ਜਿਨ੍ਹਾਂ ਨੂੰ ਅਸੀਂ ਗੁਰੂ ਗਿਣਦੇ, ਜਿਨ੍ਹਾਂ ਕੋਲੇ ਕੋਈ ਖੇਡਾਂ ਹੁੰਦੀਆਂ, ਤੁਹਾਨੂੰ ਰੱਬ ਮਨਾਉਣ ਦੀਆਂ ਗੱਲਾਂ ਤਾਂ ਤੇ ਆ ਜਾਓ ਤੁਹਾਨੂੰ ਰੱਬ ਮਿਲਾ ਦੇਈਏ, ਉਹ ਵਾਲੇ ਬੰਦੇ ਅਸਲ ਦੇ ਵਿੱਚ ਝੂਠ ਬੋਲਦੇ ਹੁੰਦੇ। ਨਾ ਰੱਬ ਉਹਨਾਂ ਕੋਲੇ ਹੁੰਦਾ ਤੇ ਨਾ ਉਹ ਰੱਬ ਮਿਲਾ ਸਕਦੇ। ਰੱਬ ਕਿਸ ਦਿਨ ਮਿਲੇਗਾ? ਜਿਸ ਦਿਨ ਅੰਦਰੋਂ ਤੁਸੀਂ ਮਰ ਜਾਓਗੇ। ਅਸੀਂ ਨਹੀਂ ਹੈ ਮਾਲਕ ਜੀ, ਤੂੰ ਹੈ। ਰੱਬ ਇੱਕੋ ਹੀ ਰਹੇਗਾ, ਦੋ ਰੱਬ ਨਹੀਂ ਬਣਦੇ ਕਦੀ ਵੀ। ਇਹ ਸਮਾਧੀਆਂ ਚ ਬਹਿਣ ਵਾਲੇ, ਧਿਆਨਾਂ ਚ ਬਹਿਣ ਵਾਲੇ ਜਿਹੜੇ ਗੁਰੂ ਹਨ ਤੇ ਆਪਣੇ ਚੇਲਿਆਂ ਨੂੰ ਸਿੱਖਿਆ ਦੇਣ ਵਾਲੇ, ਇਹ ਪੋਥੀਆਂ ਪੜ੍ਹਨ ਵਾਲੇ, ਗੁੜ ਕੇ ਪੜ੍ਹਨ ਵਾਲੇ, ਜਪਜੀ ਸਾਹਿਬ ਪੜ੍ਹ ਕੇ ਰੱਬ ਲੱਭਣ ਵਾਲੇ, ਇਹ ਨਹੀਂ ਸਮਾਧੀਆਂ ਚ ਬਹਿ ਕੇ ਕੁੰਡਲੀਨੀਆਂ ਸ਼ਕਤੀਆਂ ਜਾਗਰਤ ਕਰਕੇ ਰੱਬ ਲੱਭਣ ਵਾਲੇ ਨਹੀਂ। ਰੱਬ ਨੇ ਉਹਨੇ ਲੱਭਦਾ, ਬਿਲਕੁਲ ਹੀ ਨਹੀਂ ਲੱਭਦਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਇਹਨਾਂ ਨੂੰ ਅਜੇ ਰੱਬ ਦੀ ਸਮਝ ਨਹੀਂ ਆਈ। ਸੋ ਸਤਿਗੁਰੂ ਜੀ ਕਹਿੰਦੇ ਤੁਸੀਂ ਮੰਨੋ ਵਾਹਿਗੁਰੂ ਜੀ ਨੂੰ, ਤੁਸੀਂ ਮੰਨੋ ਵਾਹਿਗੁਰੂ ਜੀ ਨੂੰ ਤੇ ਇਸ ਤਰ੍ਹਾਂ ਮੰਨੋ ਵੀ ਤੂੰ ਹੀ ਹੈ ਮਾਲਕਾ। ਪਰ ਹੁਣ ਇਹਦੀ ਛੇਡੀ ਖੇਡ ਨਹੀਂ। ਇਵੇਂ ਕਿਵੇਂ ਆਦਮੀ ਤੂੰ ਹੀ ਹੈ, ਮੈਂ ਨਹੀਂ ਹਾਂ। ਅਸੀਂ ਤਾਂ ਜੋ ਖੰਡ ਪਾਠ ਕਰਾਉਣੇ ਮੈਂ ਹਾਂ ਤੇ ਖੰਡ ਪਾਠ ਕਰਾਉਣਾ ਬਾਬਾ ਮੇਰੇ ਕਾਰਜ ਸਵਾਰ। ਜੇ ਮੈਂ ਜਪਜੀ ਸਾਹਿਬ ਪੜ੍ਹਦਾ ਤੇ ਅਰਦਾਸ ਕਰਦਾ, ਮਾਲਕਾ ਤੇਰਾ ਮੈਂ ਜਪਜੀ ਸਾਹਿਬ ਪੜ੍ਹਿਆ ਦੇ। ਜੇ ਮੈਂ ਵਾਹਿਗੁਰੂ 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 ਜਪਦਾ ਤੇ ਮੈਂ ਕਹਿੰਦਾ ਦੇ, ਮੈਂ ਵਾਹਿਗੁਰੂ ਵਾਹਿਗੁਰੂ ਜਪਿਆ। ਹੁਣ ਜਿਹੜੀ ਸੁਰਤ ਹੈ, ਮੰਨੇ ਸੁਰਤ ਹੋਵੇ ਮਨ ਬੁੱਧ, ਜਿਹੜੀ ਸਾਡੀ ਬੁੱਧੀ ਹੈ, ਜਿਹੜੀ ਸਾਡੀ ਸੁਰਤ ਹੈ, ਜਿਹੜਾ ਸਾਡਾ ਦਿਮਾਗ ਹੈ, ਜਿਹੜੀ ਸਾਡੀ ਸੋਚ ਹੈ, ਜਿਹੜੀ ਸਾਡੀ ਵਿਚਾਰ ਹੈ, ਇਹ ਧਾਰਮਿਕ ਬਣ ਜਾਵੇ। ਸਾਡੀ ਅਕਲ, ਸਾਡੀ ਬੁੱਧੀ, ਸਾਡਾ ਦਿਮਾਗ, ਸਾਡੀ ਸੋਚ, ਸਾਡੀ ਵਿਚਾਰ ਧਾਰਮਿਕ ਬਣ ਜਾਵੇ। ਕਦੋਂ ਬਣੇਗੀ? ਜੇ ਅਸੀਂ ਵਾਹਿਗੁਰੂ ਜੀ ਨੂੰ ਮੰਨ ਜਾਵਾਂਗੇ ਤੇ ਜੋ ਕੁਝ ਵੀ ਕਰਦਾ ਉਹਦੀ ਰਜਾ ਵਿੱਚ ਰਾਜੀ ਹੋ ਜਾਵਾਂਗੇ ਉਸ ਦਿਨ। ਹੁਣ ਇਹਦੀ ਨੇੜੇ ਦੀ ਖੇਡ ਨਹੀਂ। ਅਸੀਂ ਆਪਣੇ ਆਪ ਨੂੰ ਵਿਚਾਰ ਕੇ ਵੇਖੀਏ, ਅਸੀਂ ਕੁਝ ਹਾਂ ਤੇ ਅਸੀਂ ਮੰਗਦੇ ਹਾਂ ਧਰਮ ਤੋਂ ਵੀ, ਮਾਲਕ ਜੀ ਮੈਂ ਹਾਂ ਤੇ ਮੈਨੂੰ ਕੁਝ ਦੇ। ਜਿੰਨਾ ਚਿਰ ਅਸੀਂ ਮੰਗਦੇ ਹਾਂ, ਜਿੰਨਾ ਚਿਰ ਅਸੀਂ ਮੰਗਦੇ ਹਾਂ ਮੱਤ ਚੋਕ ਲੈਣਾ ਅਸੀਂ ਧਾਰਮਿਕ ਬਣ ਗਿਆ। ਵੈਸੇ ਹਰ ਇੱਕ ਇਨਸਾਨ ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਧਰਮ ਜਿਸ ਧਰਮ ਨੂੰ ਉਹ ਫਾਲੋ ਕਰਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਉਹ ਸਿੱਖ ਹੈ। ਸਿੱਖਿਆ ਗੁਰ ਵਿਚਾਰ। ਪਰ ਅਸਲ ਦੇ ਵਿੱਚ ਜਿਸ ਦਿਨ ਅਸੀਂ
ਧਾਰਮਿਕ ਬਣਾਂਗੇ, ਜਿਹਨੂੰ ਗੁਰਮੁਖ ਕਹਿੰਦੇ ਗੁਰਮੁਖ, ਉਸ ਦਿਨ ਗੁਰੂ ਦੀ ਮੱਤ ਸਾਡੀ ਸੋਚ ਉੱਤੇ ਹਾਵੀ ਹੋ ਜਾਵੇਗੀ, ਸਾਡੇ ਵਿਚਾਰ ਉੱਤੇ ਹਾਵੀ ਹੋ ਜਾਵੇਗੀ। ਜੋ ਸਾਡੀ ਸੁਰਤ, ਜੋ ਸਾਡਾ ਗਿਆਨ, ਸੋ ਸਾਡੀ ਬੁੱਧੀ, ਜੋ ਸਾਡੀ ਅਕਲ ਹੈ, ਉਹ ਅੰਦਰੋਂ ਮੰਨੇ ਸੁਰਤ ਹੋਵੇ ਮਨ ਬੁੱਧ, ਸਾਡੀ ਸੁਰਤੀ, ਸਾਡੀ ਬੁੱਧੀ, ਸਾਡੀ ਅਕਲ ਵਾਹਿਗੁਰੂ ਜੀ ਨੂੰ ਮੰਨ ਜਾਵੇਗੀ, ਰੱਬ ਜੀ ਨੂੰ, ਖੁਦਾ ਜੀ ਨੂੰ। ਤੇ ਉਹ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨੂੰ ਦਿਸੇ ਬਾਹਰਾ ਜੀਓ, ਫਿਰ ਕੱਲੀ ਆਪਦੀ ਕੌਮ ਵਾਲੇ ਨਹੀਂ ਲੜਦਾ, ਆਪਦੇ ਧਰਮ ਦੇ ਰੌਲਾ ਨਹੀਂ ਪਾਉਂਦਾ, ਮੇਰਾ ਹੀ ਧਰਮ ਹੈ, ਬਾਕੀ ਸਭ ਰੌਲਾ ਗੋਲਾ। ਇੱਕੋ ਜਿਹੇ ਇਨਸਾਨ ਪਿਆਰੇ, ਇੱਕੋ ਜਿਹੇ। ਮੈਂ ਬਹੁਤ ਬੰਦਿਆਂ ਨੂੰ ਬਹਿ ਕੇ ਵੇਖਿਆ, ਕਹਿੰਦੇ ਆਪਣੇ ਸੀ ਤੁਹਾਨੂੰ ਮੰਨ ਲਓ, ਆਪਣਿਆਂ ਨੂੰ ਮੰਨੀ ਜਾਓ, ਕੋਈ ਨਹੀਂ, ਇਹ ਤੇ ਆਪਣੇ ਹਨ, ਇਹ ਤੇ ਆਪਣੇ ਬਗਾਨੇ ਦੀ ਖੇਡ ਨਹੀਂ, ਸਾਰੇ ਹੀ ਆਪਣੇ। ਇੱਕੋ ਹੀ ਰੱਬ ਨੂੰ ਮੰਨਣਾ, ਇੱਕੋ ਹੀ ਖੁਦਾ ਹੈ, ਇੱਕੋ ਹੀ ਭਗਵਾਨ। ਸਿੱਖ ਧਰਮ ਦੇ ਵਿੱਚ ਜਿਸ ਨੂੰ ਕਹਿੰਦੇ ਸਿੱਖੀਜ਼ਮ, ਜਿਹਨੂੰ ਕਹਿੰਦੇ ਗੁਰਮਤ, ਗੁਰਮਤ ਦਾ ਅਸੂਲ ਇਹ ਹੈ, ਗੁਰੂ ਗ੍ਰੰਥ ਸਾਹਿਬ ਰੱਬ ਨਹੀਂ, ਸਤਿਗੁਰੂ ਨਾਨਕ ਪਾਤਸ਼ਾਹ ਰੱਬ ਨਹੀਂ, ਗੁਰੂ ਗੋਬਿੰਦ ਸਿੰਘ ਰੱਬ ਨਹੀਂ, ਤੇ ਆਪ ਕਹਿ ਕੇ ਗਏ, ਸੋ ਮੁਖ ਜਲੇ ਜੋ ਕਹੇ ਠਾਕਰ ਜੋਨੀ, ਜਿਹਨੇ ਕਹਿ ਦਿੱਤਾ ਠਾਕਰ ਨੇ, ਰੱਬ ਨੇ, ਭਗਵਾਨ ਨੇ ਜਨਮ ਲੈ ਲਿਆ ਤੇ ਇੱਕ ਦਿਨ ਮਰੇਗਾ ਵੀ, ਉਹ ਦੁੱਖਾਂ ਤਕਲੀਫਾਂ ਵਿੱਚੋਂ ਵੀ ਨਿਕਲਦਾ। ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਆਮ ਤੌਰ ਤੇ ਰੱਬ ਕਹਿਣ ਲੱਗ ਪਏ। ਤੇ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ, ਜੋ ਮੁਝ ਕੋ ਪਰਮੇਸ਼ਰ ਉਚਰਾ ਤੇ ਨਾਰ ਨਰਕ ਕੁੰਡ ਮੈਂ ਪਰੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਤੇ ਦੇਖਣ ਆਇਓ ਜਗਤ ਤਮਾਸ਼ਾ, ਮੈਂ ਤੇ ਜਗਤ ਦਾ ਤਮਾਸ਼ਾ। ਅਸਲ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਕਠਪੁਤਲੀਆਂ ਹਨ ਅੰਕਾਂ ਦੀਆਂ, ਵਾਹਿਗੁਰੂ ਜੀ ਦੀਆਂ ਕਠਪੁਤਲੀਆਂ। ਜਿਵੇਂ ਉਹ ਨਚਾਰਿਆ ਅਸੀਂ ਨੱਚ ਰਹੇ ਹਾਂ, ਜਿਵੇਂ ਉਹ ਨਚਾਰਿਆ ਅਸੀਂ ਨੱਚ ਰਹੇ ਹਾਂ, ਤੇ ਲੱਖ ਯਤਨ ਕਰ ਲਈਏ, ਜਿੰਨਾ ਮਰਜ਼ੀ ਤਰਲੋ ਮੱਛੀ ਹੋ ਲਈਏ, ਅਸੀਂ ਉਹਦੀ ਡੋਰ ਨੂੰ ਤੜਵਾ ਨਹੀਂ ਸਕਦੇ। ਇਸ ਤਰ੍ਹਾਂ ਕਠਪੁਤਲੀ ਦੀ ਡੋਰ ਬਾਜੀਗਰ ਦੇ ਹੱਥ ਵਿੱਚ ਹੁੰਦੀ, ਤੇ ਕਠਪੁਤਲੀ ਲੱਖ ਯਤਨ ਕਰ ਲਵੇ, ਉਹ ਆਪਦੇ ਹਿਸਾਬ ਨਾਲ ਚੱਲ ਨਹੀਂ ਸਕਦੀ। ਨਿਚਾਉਣ ਵਾਲਾ ਕੌਣ ਹੈ? ਬਾਜੀਗਰ। ਅਸੀਂ ਕਠਪੁਤਲੀਆਂ ਹਾਂ, ਚਾਹੇ ਲੱਖ ਯਤਨ ਕਰ ਲਈਏ, ਅਸੀਂ ਉਸ ਦੀ ਡੋਰ ਨੂੰ ਤੜਵਾ ਕੇ ਆਪਣੀ ਮਰਜ਼ੀ ਦੇ ਨਾਲ ਚੱਲਾਂਗੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਡੋਰ ਉਹਦੇ ਹੱਥ ਵਿੱਚ ਹੈ। ਜਿਸ ਨੂੰ ਜਿਸ ਤਰ੍ਹਾਂ ਚਲਾ ਰਿਹਾ, ਜਿਸ ਨੂੰ ਜਿਸ ਤਰ੍ਹਾਂ ਚਲਾ ਰਿਹਾ, ਉਹ ਨਿਰੰਕਾਰ ਚਲਾ ਰਿਹਾ, ਸਹਿਜ ਹੈ, ਉਹਨੂੰ ਨਹੀਂ ਕੋਈ ਵੀ ਪਛਾਣ ਸਕਦਾ, ਸਹਿਜ। ਸਤਿਗੁਰੂ ਜੀ ਕਹਿੰਦੇ ਮੰਨੇ ਸੁਰਤ ਹੋਵੇ ਮਨ ਬੁੱਧ, ਜਿਹੜਾ ਉਸ ਵਾਹਿਗੁਰੂ ਜੀ ਨੂੰ ਮੰਨ ਜਾਵੇਗਾ, ਜਿਹੜਾ ਉਸ ਵਾਹਿਗੁਰੂ ਜੀ ਨੂੰ ਮੰਨ ਜਾਵੇਗਾ, ਜਿਹੜਾ ਉਸ ਵਾਹਿਗੁਰੂ ਜੀ ਨੂੰ ਅੰਦਰੋਂ ਧਰੋਂ ਸਹਿਜ ਸੁਭਾਏ ਮੰਨ ਜਾਵੇਗਾ, ਵਾਕਈ ਵਾਹਿਗੁਰੂ ਜੀ ਕੁਝ ਹੈ, ਉਹਦੇ ਨਾਲ ਵਿਚਾਰਨਾ ਸ਼ੁਰੂ ਕਰੇਗਾ। ਤੇ ਇੰਨੀ ਜਲਦੀ ਨਹੀਂ ਕਿ ਅੱਜ ਤੁਸੀਂ ਸ਼ੁਰੂ ਕਰੋਗੇ ਤੇ ਕੱਲ ਨੂੰ ਤੁਹਾਡੀ ਸੁਰਤ ਇਸ ਤਰ੍ਹਾਂ ਦੀ ਹੋ ਜਾਵੇਗੀ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਤੇ ਬੜੀ ਡੂੰਘੀ ਥੱਲੇ ਜਾ ਕੇ ਧਸੀ ਪਈ। ਜਿਸ ਤਰ੍ਹਾਂ ਪਾਣੀ ਲੱਭਣਾ, ਜੀ ਕੋਈ ਹੱਥ ਨਾਲ ਟੋਇਆ ਮਾਰ ਕੇ ਪਾਣੀ ਕੱਢਣਾ ਚਾਹਵੇ ਤੇ ਐ ਨਹੀਂ ਵੀ ਇੱਧਰੋਂ ਟੋਇਆ ਮਾਰੇਗਾ ਤੇ ਇੱਧਰੋਂ ਪਾਣੀ ਨਿਕਲ ਆਵੇਗਾ। ਪਾਣੀ ਤੇ ਉੱਥੇ ਜਾ ਕੇ ਨਿਕਲ ਗਿਆ ਜਿੱਥੇ ਹੈ। ਜੇ ਕੋਈ ਮਾਰੂ ਸਥਾਨ ਵਿੱਚ ਜੇ ਕੋਈ ਪਾਣੀ ਕੱਢਣਾ ਚਾਹਵੇ ਤੇ ਸਭ ਨੂੰ ਪਤਾ ਹੁੰਦਾ ਇੰਨਾ ਸੌਖਾ ਨਹੀਂ, ਇੰਨਾ ਸੌਖਾ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਜਿਹੜੀ ਤੁਹਾਡੀ ਸੁਰਤੀ ਹੈ, ਜਿਹੜੀ ਤੁਹਾਡੀ ਅਕਲ ਹੈ, ਜਿਹੜੀ ਤੁਹਾਡੀ ਬੁੱਧ ਹੈ, ਉਹਨੂੰ ਧਾਰਮਿਕ ਬਣਾਉਣਾ। ਇਹ ਬਣੇਗੀ ਕਦੋਂ? ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਮੰਨ ਜਾਓਗੇ। ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਮੰਨ ਜਾਓਗੇ, ਵਾਹਿਗੁਰੂ ਜੀ ਹਨ, ਤੇ ਫਿਰ ਜੋ ਕੁਝ ਵੀ ਹੁੰਦਾ ਜਾਂਦਾ ਉਹਦੀ ਰਜਾ ਵਿੱਚ ਹੋਈ ਜਾਣ ਦਿਓ। ਉਸ ਦੇ ਨਾਲ ਲੜਾਈ ਨਹੀਂ ਕਰਨੀ, ਉਸ ਨਾਲ ਝਗੜਾ ਨਹੀਂ ਕਰਨਾ, ਉਸ ਨੂੰ ਕੋਈ ਕੰਪਲੇਂਟ ਨਹੀਂ ਕਰਨੀ, ਤੇ ਚੱਲਣਾ ਗੁਰਮਤਿ ਦੇ ਮੁਤਾਬਕ। ਆਪਣੇ ਮਨ ਦੀ ਮੱਤ ਨਹੀਂ ਘੋਟਣੀ, ਕਿਸੇ ਬਾਬੇ ਦੇ ਮਗਰ ਨਹੀਂ ਲੱਗਣਾ। ਸਾਡਾ ਇੱਕੋ ਹੀ ਬਾਬਾ ਹੈ ਗੁਰੂ ਗ੍ਰੰਥ ਸਾਹਿਬ, ਸਾਡਾ ਇੱਕੋ ਹੀ ਬਾਬਾ ਹੈ ਗੁਰਬਾਣੀ। ਵਿਦਿਆ ਕੌਣ ਦੇਵੇਗਾ? ਗੁਰੂ ਗ੍ਰੰਥ ਸਾਹਿਬ। ਸੋ ਸਤਿਗੁਰੂ ਜੀ ਕਹਿੰਦੇ ਮੰਨੇ, ਜਿਹੜਾ ਮੰਨ ਗਿਆ ਉਹਦੀ ਸੁਰਤੀ, ਉਹਦੀ ਬੁੱਧੀ, ਉਹਦੀ ਅਕਲ ਧਾਰਮਿਕ ਹੋ ਜਾਵੇਗੀ। ਜਿਹਦੀ ਬੁੱਧੀ ਮੰਨ ਗਈ, ਜਿਹਦੀ ਅਕਲ ਮੰਨ ਗਈ, ਜਿਹਦੀ ਸੋਚ ਮੰਨ ਗਈ, ਜਿਹਦੀ ਵਿਚਾਰ ਮੰਨ ਗਈ, ਕਿਹਨੂੰ? ਰੱਬ ਜੀ ਨੂੰ, ਖੁਦਾ ਜੀ ਨੂੰ, ਭਗਵਾਨ ਜੀ ਨੂੰ। ਇਹ ਪਿਆਰੇ ਇਸ ਤਰ੍ਹਾਂ ਹੈ, ਕੋਈ ਹਿੰਮਤ ਕਰਕੇ ਬੇੜਾ ਤਿਆਰ ਕਰੇ ਤੇ ਸਮੁੰਦਰ ਦੇ ਵਿੱਚ ਠੇਲ ਦੇਵੇ, ਆ ਕੇ ਮੈਂ ਉਸ ਕਿਨਾਰੇ ਜਾਣਾ, ਤੇ ਲਹਿਰਾਂ ਤਾਂ ਆਉਣਗੀਆਂ, ਡਰੇ ਨਾ, ਲਹਿਰਾਂ ਆਉਣਗੀਆਂ, ਡਰੇ ਨਾ, ਉਹ ਬੰਦਾ ਕਾਮਯਾਬ ਹੋ ਸਕਦਾ। ਜਿਹੜਾ ਇੰਤਜ਼ਾਰ ਕਰਦਾ ਰਹੇ ਤੇ ਡਰਦਾ ਰਹੇ, ਸਮੁੰਦਰ ਤੇ ਬਹੁਤ ਜ਼ਿਆਦਾ ਭਿਆਨਕ ਤੇ ਦੂਰ ਬੜਾ ਨਹੀਂ ਜਾਇਆ ਜਾਣਾ, ਉਹ ਪਾਰ ਨਹੀਂ ਲੰਘ ਸਕੇਗਾ। ਉਦਾਹਰਨ ਹੈ ਇੱਕ, ਸਿਰਫ ਉਦਾਹਰਨ ਉਹਨਾਂ ਲਈ। ਇਹ ਵੈਸੇ ਧਰਮ ਦੇ ਨਾਲ ਇਹ ਖੇਡ ਨਹੀਂ ਚੱਲਦੀ, ਧਰਮ ਦੀ ਖੇਡ ਹੋ ਰਿਹਾ ਹੈ, ਫੇਰ ਵੀ ਉਦਾਹਰਨ ਦੇ ਤੌਰ ਤੇ। ਅਸੀਂ ਜਦੋਂ ਧਰਮ ਦੇ ਰਸਤੇ ਤੇ ਚੱਲ ਪਾਵਾਂਗੇ ਤੇ ਫੇਰ ਵੀ ਅਸੀਂ ਉਹੋ ਹੀ ਹੋਵਾਂਗੇ। ਮੈਂ ਚੱਲਿਆ ਹਾਂ ਤੇ ਮੈਂ ਹਾਂ। ਇਸ ਕਰਕੇ ਸਾਰੀ ਦੁਨੀਆ ਵੀ ਕਹੇਗੀ, ਉਹ ਜਿਹੜਾ ਰੱਬ ਨੂੰ ਮੰਨਦਾ ਤੇ ਰੱਬ ਉਹਨੂੰ ਦੁੱਖ ਬੜੇ ਦਿੰਦਾ ਹੈ।
ਤੇ ਬੀਬੀਆਂ ਦਾ ਤੇ ਆਮ ਹੀ ਗੱਲ ਚੱਲਦੀ ਨਾ, ਬੀਬੀਆਂ ਦੇ ਅੰਦਰ ਤੇ ਕੁੱਟ ਕੇ ਭਰੀ ਹੋਈ ਹੈ ਗੱਲ। ਜਿਹੜੀਆਂ ਅਖੌਤੀ ਧਾਰਮਿਕ ਬੀਬੀਆਂ, ਜਿਹੜੀਆਂ ਅਖੌਤੀ ਧਾਰਮਿਕ, ਜਿਹੜੀਆਂ ਜਿਨ੍ਹਾਂ ਵਿਚਾਰੀਆਂ ਨੂੰ ਧਰਮ ਦਾ ਪਤਾ ਹੀ ਨਹੀਂ, ਜਿਨ੍ਹਾਂ ਬੀਬੀਆਂ ਵਿਚਾਰੀਆਂ ਨੂੰ ਧਰਮ ਦੀ ਬਿਲਕੁਲ ਹੀ ਨਹੀਂ ਸੋਝੀ, ਜਿਹੜੀਆਂ ਬੀਬੀਆਂ ਵਿਚਾਰੀਆਂ ਆਪਣੇ ਮਨ ਦੀਆਂ ਧਾਰਮਿਕ ਹਨ, ਜਾਂ ਜਿਹੜੀਆਂ ਬੀਬੀਆਂ ਵਿਚਾਰੀਆਂ ਬਾਬਿਆਂ ਦੇ ਆਖੇ ਧਾਰਮਿਕ ਬਣੀਆਂ, ਬਾਬਿਆਂ ਨੇ ਆਖਿਆ ਅੰਮ੍ਰਿਤ ਛਕ ਲਓ, ਸਿੰਘ ਸੱਜ ਲਓ, ਗੁਰੂ ਵਾਲੇ ਬਣ ਜਾਓ, ਤੇ ਜਾਂ ਅੰਮ੍ਰਿਤ ਛਕਿਆ ਵੀ ਨਹੀਂ, ਸਿੰਘ ਸਜੇ ਵੀ ਨਹੀਂ, ਗੁਰੂ ਵਾਲੇ ਬਣੇ ਵੀ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੇ ਆ ਕੇ ਆਪਣੇ ਮਨ ਦੇ ਕੋਲੇ ਭਜਾਉਣੇ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਚਾਰ ਵਾਰੀ ਨਹੀਂ, ਤੇ ਆਪਣੇ ਆਪ ਨੂੰ ਇੰਨਾ ਕੁ ਦ੍ਰਿੜ ਕਰ ਲੈਣਾ ਵੀ ਜੋ ਕੁਝ ਮੇਰੇ ਮਨ ਵਿੱਚ ਚੱਲਦਾ ਉਹ ਸੱਚ ਹੈ, ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਵੇਂ ਖਿਡਾਉਣਾ ਹੀ, ਜੋ ਕੁਝ ਮੇਰੇ ਅੰਦਰ ਧਰਮ ਫਿੱਟ ਹੋਇਆ, ਜੋ ਕੁਝ ਜਿਸ ਨੂੰ ਮੈਂ ਧਰਮ ਸਮਝ ਰਹੀ ਹਾਂ ਜਾਂ ਜਿਸ ਨੂੰ ਮੈਂ ਧਰਮ ਸਮਝ ਰਿਹਾ ਹਾਂ, ਉਹੀ ਸੱਚ ਹੈ। ਉਹਦੇ ਪੁੱਟ ਕੇ ਅੰਦਰ ਵੱਜਾ ਹੋਵੇਗਾ। ਉਹ ਗੁਰਬਾਣੀ ਨੂੰ ਸੁਣਨ ਦਾ ਯਤਨ ਨਾ ਕਰੇਗਾ, ਗੁਰਬਾਣੀ ਨੂੰ ਸਮਝਣ ਦਾ ਯਤਨ ਨਾ ਕਰੇਗਾ, ਕਿਉਂਕਿ ਉਸ ਦੇ ਅੰਦਰ ਪੁੱਟ ਕੇ ਗੰਢ ਵੱਜੀ ਹੋਈ। ਜਿਸ ਤਰ੍ਹਾਂ ਮੈਂ ਧਰਮ ਨੂੰ ਚਲਾ ਰਿਹਾ ਹਾਂ, ਖੇਡ ਰਿਹਾ ਹਾਂ, ਸ਼ਾਇਦ ਇਹੀ ਧਰਮ, ਪੋਥੀਆਂ ਪੜ੍ਹਨੀਆਂ ਹੀ ਧਰਮ, ਸ਼ਾਇਦ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੀ ਧਰਮ ਹੈ। ਇਹ ਤੇ ਧਰਮ ਦੀ ਖੇਡ ਨਹੀਂ, ਨੇੜੇ ਤੇੜੇ ਵੀ ਨਹੀਂ ਲੰਘਦਾ। ਜੇ ਕੋਈ ਆ ਕੇ ਕੇਵਲ ਅਸੀਂ ਗੁਰਬਾਣੀ ਪੜ੍ਹ ਕੇ ਧਾਰਮਿਕ ਬਣ ਜਾਵਾਂਗੇ, ਅਸੀਂ ਨੇਮੀ ਹਾਂ ਪੰਜ ਬਾਣੀਆਂ ਦੇ ਨਿਤਨੇਮ ਦੇ, ਤੇ ਅਸੀਂ ਸਿੱਖ ਹਾਂ, ਕੋਈ ਇਹਦੇ ਚ ਦੋ ਰਾਇ ਨਹੀਂ, ਸਿੱਖ ਹਾਂ। ਪਰ ਜਿੱਥੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਮੁਖ ਕਿਹਾ, ਗੁਰਮੁਖ ਗੁਰੂ ਦੇ ਮੁਖ ਵਿੱਚੋਂ ਨਿਕਲ ਕੇ ਜੋ ਵਚਨ ਉਹਨਾਂ ਨੂੰ ਇੰਨ ਬਿੰਨ ਆਪਣੇ ਉੱਤੇ ਢਾਲ ਲੈਣਾ, ਇਹ ਤੇ ਬੜੀ ਦੂਰ, ਬੜੀ ਦੂਰ। ਮਨ ਥਿੜਕੇਗਾ, ਡੋਲੇਗਾ, ਘਬਰਾਵੇਗਾ, ਇਹ ਰਸਤਾ ਹੀ ਇਸ ਤਰ੍ਹਾਂ ਦਾ ਹੈ। ਕੱਲਿਆਂ ਨੂੰ ਚੱਲਣਾ ਪੈਣਾ, ਨਾ ਤੁਹਾਡੇ ਕੋਈ ਅੱਗੇ ਤੇ ਨਾ ਤੁਹਾਡੇ ਕੋਈ ਪਿੱਛੇ, ਨਾ ਤੁਹਾਡੇ ਕੋਈ ਅੱਗੇ ਨਾ ਤੁਹਾਡੇ ਕੋਈ ਪਿੱਛੇ, ਨਾ ਤੁਹਾਨੂੰ ਕੋਈ ਮੰਨਣ ਵਾਲਾ ਹੋਵੇਗਾ, ਨਾ ਤੁਹਾਡਾ ਮਾਂ ਬਾਪ ਤੁਹਾਨੂੰ ਮੰਨਣ ਵਾਲਾ ਹੋਵੇਗਾ, ਨਾ ਤੁਹਾਨੂੰ ਤੁਹਾਡੇ ਰਿਸ਼ਤੇਦਾਰ, ਨਾ ਤੁਹਾਨੂੰ ਤੁਹਾਡੇ ਆਂਢੀ, ਤੇ ਨਾ ਤੁਹਾਡੇ ਗੁਆਂਢੀ, ਤੁਹਾਨੂੰ ਮੰਨਣ ਵਾਲੇ ਕੋਈ ਨਹੀਂ ਹੋਣਗੇ, ਕਿਉਂਕਿ ਰਾਹ ਹੀ ਇਸ ਤਰ੍ਹਾਂ ਦਾ ਹੈ। ਆਖਣਗੇ ਇਹ ਪਾਗਲ ਹੈ, ਇਹ ਕਹਿਣਗੇ ਪਾਗਲ ਹੈ, ਤੇ ਪਾ ਗੱਲ ਕਿਹਨੂੰ ਕਹਿੰਦੇ? ਜਿਹੜਾ ਗੱਲ ਨੂੰ ਪਾ ਜਾਵੇ, ਜਿਹੜੇ ਸਤਿਗੁਰੂ ਨੇ ਕਹਿ ਦਿੱਤੀ ਇਸ ਗੱਲ ਨੂੰ ਪਾ ਜਾਣਾ, ਇਸ ਗੱਲ ਨੂੰ ਪਾ ਜਾਣਾ। ਸੋ ਸਤਿਗੁਰੂ ਗੱਲ ਕੀ ਕਹਿ ਰਿਹਾ ਹੈ? ਮੰਨੇ ਸੁਰਤ ਹੋਵੇ ਮਨ ਬੁੱਧ, ਜਿਹੜਾ ਮੰਨ ਜਾਵੇਗਾ ਜੋ ਕੁਝ ਮੈਂ ਇਹ ਗਿਆਨ ਬਖਸ਼ਿਸ਼ ਕੀਤਾ। ਪਰਿਵਾਰ ਨੂੰ ਪਿੱਛੇ ਛੱਡੋ, ਪ੍ਰੋਬਲਮਾਂ ਨੂੰ ਪਿੱਛੇ ਛੱਡੋ, ਰਾਜੇ ਬਣਨ ਨੂੰ ਪਿੱਛੇ ਛੱਡੋ, ਅਮੀਰ ਹੋਣ ਨੂੰ ਪਿੱਛੇ ਛੱਡੋ, ਘਰ ਕੱਚੇ ਹਨ ਤੇ ਪੱਕੇ ਕਰਾਉਣ ਨੂੰ ਪਿੱਛੇ ਛੱਡੋ, ਤੇਰਾ ਪੁੱਤ ਆਖੇ ਨਹੀਂ ਲੱਗਦਾ ਉਹਨੂੰ ਪਿੱਛੇ ਛੱਡ, ਤੇਰਾ ਪੁੱਤ ਪੜ੍ਹਾਈ ਵਿੱਚ ਅੱਗੇ ਨਹੀਂ ਚੱਲਦਾ ਉਹਨੂੰ ਪਿੱਛੇ ਛੱਡ, ਕਾਰੋਬਾਰ ਤੇਰੇ ਚੱਲਦੇ ਨਹੀਂ ਉਹਨੂੰ ਪਿੱਛੇ ਛੱਡ। 4 ਦਿਨਾਂ ਦਾ ਮੇਲਾ ਕੋਈ ਗੱਲ ਨਹੀਂ ਨਿਕਲ ਜਾਏਗਾ। 4 ਦਿਨਾਂ ਦਾ ਮੇਲਾ ਇੱਥੇ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਦੁਖੀ ਤੇ ਕਿੰਨੇ ਕੁ ਸੁਖੀ, ਸਾਰੀ ਉਮਰ ਗੁਲਾਮੀ ਦੇ ਵਿੱਚ ਜਿਨ੍ਹਾਂ ਨੂੰ ਕੱਢਣੀ ਪਈ। ਜਿਹੜੇ ਨਿਭਾਉਣਾ ਚਾਹੁੰਦੇ ਪਿਆਰੇ ਉਹ ਕੰਡਿਆਂ ਨਾਲ ਵੀ ਨਿਭਾ ਜਾਂਦੇ, ਜਿਨ੍ਹਾਂ ਨਿਭਾਉਣੀ ਉਹ ਕੰਡਿਆਂ ਨਾਲ ਵੀ ਨਿਭਾ ਜਾਂਦੇ, ਤੇ ਜਿਨ੍ਹਾਂ ਤੋੜਨੀ ਉਹ ਫੁੱਲਾਂ ਦੇ ਵਿੱਚ ਰਹਿ ਕੇ ਵੀ ਤੋੜ ਕੇ ਭੱਜ ਜਾਂਦੇ, ਤੋੜ ਕੇ ਭੱਜ ਜਾਂਦੇ। ਸੋ ਜੋ ਕੁਝ ਜੀਵਨ ਵਿੱਚ ਹੋਵੇਗਾ ਉਹ ਅਸੀਂ ਲਿਖਾ ਕੇ ਆਏ ਹਾਂ, ਉਹ ਲਿਖਾ ਕੇ ਉਹਦੀ ਪ੍ਰਵਾਹ ਨਹੀਂ ਮੰਨਣਾ, ਉਹਦੀ ਨਹੀਂ ਪ੍ਰਵਾਹ। ਆਪਾਂ ਸ਼ਾਮ ਨੂੰ ਰਹਿਣਾ ਸਾਹਿਬ ਜੀ ਦੇ ਵਿੱਚ ਸ਼ਬਦ ਸੀ ਇੱਕ, ਕਾਹੇ ਨੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜੀਓ ਪਰਿਆ, ਉਹ ਕਿਉਂ ਸੋਚਦਾ, ਉਹ ਕਿਉਂ ਵਿਚਾਰਦਾ? ਜੋ ਕੁਝ ਤੂੰ ਕਰਨਾ ਤੇ ਜੋ ਕੁਝ ਤੇਰੇ ਤੋਂ ਕਰਾਉਣਾ ਕੁਦਰਤ ਨੇ ਲਿਖ ਕੇ ਘੱਲਿਆ। ਤੇ ਇੱਥੇ ਦੱਸਿਆ ਕਿ ਜਿਹੜੇ 5 ਬਾਣੀਆਂ ਦੇ ਨਿਤਨੇਮ ਹੁੰਦੇ ਉਹ ਹੀ ਆਖਣਗੇ ਕਰਮ ਬੰਦਾ ਬਣਾਉਂਦਾ ਹੈ, ਕਰਮ ਬਣਾਉਂਦਾ ਬੰਦਾ ਆਪਦੇ, ਤੇ ਕਰਮ ਪਿਆਰ ਨੂੰ ਇਸ ਤਰ੍ਹਾਂ ਬਣਾਉਂਦਾ ਵੀ ਪਿਛਲੇ ਜਨਮ ਚ ਜੋ ਕੁਝ ਕੀਤਾ ਹੁੰਦਾ ਇਹ ਨਿਯਮ ਹੈ ਕੁਦਰਤ ਦਾ, ਅਸੀਂ ਨਹੀਂ ਸਮਝ ਸਕਦੇ। ਇਹ ਨਿਯਮ ਕੁਦਰਤ ਦਾ ਅਸੀਂ ਇਸ ਨੂੰ ਨਹੀਂ ਸਮਝ ਸਕਦੇ। ਹੁਣ ਨਹੀਂ, ਜੇ ਆ ਕੇ ਮੈਂ ਆਪਦੇ ਕਰਮ ਹੁਣ ਬਣਾ ਲਵਾਂਗਾ ਐਸੇ ਜਨਮ ਚ, ਜੇ ਮੈਂ ਭਿਖਾਰੀ ਹਾਂ, ਜੇ ਮੈਂ ਗਰੀਬ ਹਾਂ ਤੇ ਮੈਂ ਅਮੀਰ ਹੋ ਜਾਵਾਂਗਾ, ਜੇ ਮੈਂ ਚਾਹਾਂ ਕਿ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਤੇ ਲੱਖ ਯਤਨ ਕਰ ਲਵਾਂ, ਜੋ ਮਰਜ਼ੀ ਕਰੇ, ਤੇ ਜਿਸ ਨੂੰ ਉਹਨੇ ਬਣਾਉਣਾ ਆਵਾਜ਼ ਮਾਰ ਕੇ ਬਣਾ ਦੇਣਾ। ਆਪਣੇ ਸਰਦਾਰ ਸਾਹਿਬ ਮਨਮੋਹਨ ਸਿੰਘ ਜੀ, ਜਿਹੜੇ ਚੰਗੀ ਤਰ੍ਹਾਂ ਇਤਿਹਾਸ ਨੂੰ ਜਾਣਦੇ ਉਹ ਚੰਗੀ ਤਰ੍ਹਾਂ ਜਾਣਦੇ, ਮਨਮੋਹਨ ਸਿੰਘ ਜੀ ਆਵਾਜ਼ ਮਾਰ ਕੇ ਪ੍ਰਧਾਨ ਮੰਤਰੀ ਬਣੇ 2 ਵਾਰੀ, ਤੇ ਹੁਣ ਰਾਜ ਸਭਾ ਦੀ ਜਿਹੜੀ ਉਹ ਸੰਸਦ ਬਣੇ ਤੇ ਉਹ ਵੀ ਆਵਾਜ਼ ਮਾਰ ਕੇ, ਕੁਝ ਵੀ ਨਹੀਂ ਕੀਤਾ ਉਹਨਾਂ। ਮੱਥੇ ਦੇ ਉੱਤੇ ਲਿਖਿਆ ਹੋਇਆ ਜਿੰਨਾ ਚਿਰ ਉਹਨਾਂ ਕੋਲ ਰਾਜ ਰਿਹਾ, ਕਾਂਗਰਸ ਦੀ ਗੁੱਡੀ ਚੜ੍ਹਦੀ ਰਹੀ, ਚਾਹੇ ਲੱਖ ਯਤਨ ਕਰਕੇ ਵੀ ਉਹਨੂੰ
ਸੁੱਟਣ ਦਾ ਯਤਨ ਕੀਤਾ। ਜੇ ਕਾਂਗਰਸ ਹੁਣ ਮਹਿਸੂਸ ਕਰ ਰਹੀ, ਕਾਂਗਰਸ ਪਾਰਟੀ ਇਸ ਗੱਲ ਨੂੰ ਮਹਿਸੂਸ ਕਰ ਰਹੀ, ਕਰਮ ਹੁੰਦੇ ਆਪਣੇ ਆਪਣੇ। ਜਿਸ ਬੰਦੇ ਨੂੰ ਆਗੂ ਲਾਓਗੇ ਉਹਦੇ ਕਰਮ ਉਹਦੇ ਨਾਲ ਚੱਲਦੇ, ਉਹਦੇ ਕਰਮ ਚੱਲਦੇ ਉਹਦੇ ਨਾਲ। ਆਵਾਜ਼ ਵੱਜ ਕੇ ਮਿਲੀ, ਕਿਤੇ ਉਹ ਜਿੱਤੇ ਨਹੀਂ ਸਨ। ਮਨਮੋਹਨ ਸਿੰਘ ਜੀ ਆਵਾਜ਼ ਵੱਜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਜਦੋਂ ਕਿ ਲੋਕ ਉਹਨਾਂ ਨੂੰ ਇੰਨਾ ਜਾਣਦੇ ਹੀ ਨਹੀਂ ਸਨ, ਕਿਉਂਕਿ ਬੋਲਦੇ ਬਹੁਤ ਘੱਟ। ਜਿਹੜੇ ਉਹਨਾਂ ਨੂੰ ਜਾਣਦੇ, ਬਿਲਕੁਲ ਸਾਦਾ ਜੀਵਨ ਬਤੀਤ ਕਰਨ ਵਾਲੇ, ਇੱਕ ਵਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ, ਕਿਉਂਕਿ ਆਪਣੀ ਪਤਨੀ ਨੂੰ ਹਮੇਸ਼ਾ ਹੀ ਨਾਲ ਰੱਖਦੇ, ਜਿਸ ਦਿਨ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਸੀ ਤੇ ਉਹਨਾਂ ਦੀ ਸ਼ਰਤ ਹੀ ਇੱਕ ਸੀ, ਜਿੱਥੇ ਮੈਂ ਜਾਵਾਂਗਾ ਮੇਰੀ ਪਤਨੀ ਨਾਲ ਜਾਵੇਗੀ। ਬਹੁਤ ਪਤਨੀ ਆਪਣੀ ਨੂੰ ਪਿਆਰ ਕਰਦੇ, ਤੇ ਉਹਨਾਂ ਦੀ ਪਤਨੀ ਐਡੇ ਸਾਦੇ ਜੀਵਨ ਵਾਲੀ, ਕੋਈ ਉਹਨਾਂ ਦੇ ਅੰਦਰ ਹੰਕਾਰ ਆਇਆ ਨਹੀਂ ਕਿ ਮੈਂ ਪ੍ਰਧਾਨ ਮੰਤਰੀ ਦੇ ਘਰ ਵਾਲੀ ਬਣ ਗਈ। ਤੇ ਬਿਲਕੁਲ ਹੀ ਪੰਜਾਬਣਾ ਵਾਲੇ ਸਿੰਪਲ ਕੱਪੜੇ, ਬਿਲਕੁਲ ਹੀ ਸਿੰਪਲ ਕੱਪੜੇ। ਪਾਰਟੀ ਸੀ, ਇੱਕ ਪਾਰਟੀ ਦੇ ਵਿੱਚ ਚਲੇ ਗਏ। ਜਿਹੜੀਆਂ ਆਪਣੇ ਆਪ ਨੂੰ ਕਾਂਗਰਸ ਦੀਆਂ ਬੜੀਆਂ ਵੱਡੀਆਂ ਉੱਚ ਕੋਟੀ ਦੀਆਂ ਬੀਬੀਆਂ ਖਵਾਉਂਦੀਆਂ, ਤੇ ਬੀਬੀਆਂ ਤੁਹਾਨੂੰ ਪਤਾ ਫਿਰ ਬੀਬੀਆਂ ਹੀ ਹੁੰਦੀਆਂ। ਜੇ ਬੰਦਾ ਥਾਣੇਦਾਰ ਬਣ ਗਿਆ ਤੇ ਬੀਬੀ ਥਾਣੇਦਾਰ ਨਹੀਂ, ਚੁੱਪ ਕਰਕੇ। ਬੰਦਾ ਸੂਬੇਦਾਰ ਬਣ ਗਿਆ ਤੇ ਬੀਬੀ ਸੂਬੇਦਾਰ ਨਹੀਂ, ਤੇ ਬੰਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਬੀਬੀ ਆਪਣੇ ਪ੍ਰਧਾਨ ਮੰਤਰੀ ਨਹੀਂ, ਆਪੇ ਹੀ। ਜਿਹੜੇ ਮੰਤਰੀਆਂ ਦੀਆਂ ਬੀਬੀਆਂ ਗਈਆਂ, ਉਹਨਾਂ ਨੇ 2-2 3-3 ਨੌਕਰ ਸੱਦੇ, ਉੱਥੇ ਬੈਠੀਆਂ ਨੂੰ ਰੋਟੀਆਂ ਖਵਾਉਣ ਵਾਲੇ, ਭੋਜਨ ਟੇਬਲਾਂ ਤੇ ਆਉਣ ਵਾਲਾ ਤੇ ਰੋਹ ਝਾੜਨ ਵਾਲੀਆਂ। ਹੁਣ ਬਿਲਕੁਲ ਸਾਦੇ ਕੱਪੜਿਆਂ ਵਿੱਚ, ਬਿਲਕੁਲ ਹੀ ਸਾਦੇ ਕੱਪੜਿਆਂ ਵਿੱਚ ਮਨਮੋਹਨ ਸਿੰਘ ਜੀ ਦੇ ਘਰ ਵਾਲੀ ਆਪ ਜਾ ਕੇ ਲਿਆਉਂਦੀ ਫਿਰੇ, ਤੇ ਉਹਨਾਂ ਦੇ ਵਿੱਚ ਬੈਠੀ, ਤੇ ਉਹ ਪੁੱਛਦੀ, ਤੂੰ ਕੌਣ ਸਾਡੇ ਵਿੱਚ ਬੈਠੀ? ਪਹਿਲਾਂ ਤਾਂ ਕੁਝ ਵੀ ਨਹੀਂ ਦੱਸਿਆ, ਕਿਉਂਕਿ ਆਮ ਜਾਣਦੀਆਂ ਨਹੀਂ ਸਨ। ਬਿਲਕੁਲ ਹੀ ਸਿੰਪਲ ਜੀਵਨ, ਬਿਲਕੁਲ ਹੀ। ਜਦੋਂ ਜ਼ਿਆਦਾ ਜ਼ੋਰ ਪਾਇਆ, ਉਹਨਾਂ ਕਿਹਾ ਜਿਹਦੇ ਸਿਰ ਉੱਤੇ ਸਾਡਾ ਦੇਸ਼ ਚੱਲਦਾ, ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ, ਮੈਂ ਉਸ ਪ੍ਰਧਾਨ ਮੰਤਰੀ ਦੇ ਘਰ ਵਾਲੀ ਹਾਂ, ਤੇ ਉਸੇ ਵੇਲੇ ਕੁਰਸੀਆਂ ਛੱਡ ਕੇ ਆਓ, ਤੁਸੀਂ ਇੱਥੇ ਬਹੋ, ਅਸੀਂ ਤੁਹਾਨੂੰ ਲਿਆ ਕੇ ਦੇਣੀ ਹੈ ਟੇਬਲ ਤੇ। 2 ਬੰਦਿਆਂ ਨੂੰ ਆਵਾਜ਼ ਮਾਰੋ, ਤੁਸੀਂ ਪ੍ਰਧਾਨ ਮੰਤਰੀ ਦੇ ਘਰ ਵਾਲੀ ਹੋ। ਨੇ ਕਹਿੰਦੇ ਮੈਨੂੰ ਨਹੀਂ, ਮਜ਼ਾ ਨਹੀਂ ਆਉਂਦਾ ਮੈਨੂੰ। ਮੇਰੀ ਅੰਦਰੋਂ ਆਤਮਾ ਜਿਹੜੀ ਹੈ ਉਹ ਇਹ ਇਜਾਜ਼ਤ ਹੀ ਨਹੀਂ ਦਿੰਦੀ। ਕਿਸੇ ਦੀ ਆਤਮਾ ਨੂੰ ਕੁਝ ਲਟਾ ਕੇ ਖੁਸ਼ ਹੁੰਦੀ, ਤੇ ਕਿਸੇ ਦੀ ਆਤਮਾ ਕੁਝ ਪਾ ਕੇ ਖੁਸ਼ ਹੁੰਦੀ। ਆਤਮਾ ਦੀ ਖੇਡ ਹੈ, ਆਤਮਾ ਦੀ ਖੇਡ। ਲੱਖ ਯਤਨ ਕਰਨ ਤੇ ਵੀ ਸਾਰੇ ਦਾ ਸਾਰਾ ਜੀਵਨ ਉਹਨਾਂ ਦਾ ਅੱਜ ਵੀ ਬਿਲਕੁਲ ਹੀ ਨਾਰਮਲ ਤੇ ਸਿੰਪਲ, ਬਿਲਕੁਲ ਹੀ ਸਿੰਪਲ ਕੱਪੜੇ ਰੱਖੇ, ਜਿੱਥੇ ਵੀ ਜਾਂਦੇ ਰਹੇ। ਸੋ ਜੋ ਕੁਝ ਤੁਹਾਡੇ ਕਰਮਾਂ 'ਚ ਲਿਖਿਆ ਮਿਲ ਕੇ ਰਹੇਗਾ, ਜੋ ਕੁਝ ਤੁਹਾਡੇ ਕਰਮਾਂ ਵਿੱਚ ਮਿਲਿਆ ਉਹ ਲਿਖਿਆ ਉਹ ਮਿਲ ਕੇ ਰਹੇਗਾ। ਕੱਲ ਜਦੋਂ ਰਹਿਰਾ ਸਾਹਿਬ ਜੀ ਦਾ ਆਪਾਂ ਸ਼ਬਦ ਵਿਚਾਰ ਕੀਤਾ ਸੀ, ਉਹਦੇ ਵਿੱਚ ਇਵੇਂ ਲਿਖਿਆ, ਬਿਲਕੁਲ ਸਾਫ਼ ਲਿਖਿਆ, ਕਿਉਂ ਇੰਨਾ ਉਦਮ ਕਰਦਾ, ਕਿਉਂ ਇੰਨਾ ਤੜਪਦਾ ਹੈ, ਕਿਉਂ ਇੰਨੀ ਜਦੋਜਹਿਦ ਕਰਦਾ। ਆਲਸੀ ਨਾ ਬਣ, ਕਮਾਈ ਕਰ, ਪਰ ਪੰਡਾ ਪਾਉਣ ਦਾ ਯਤਨ ਨਾ ਕਰ। ਫਿਰ ਤੂੰ ਕੋਈ ਗਲਤ ਕੰਮ ਕਰੇਗਾ। ਤੂੰ ਸੋਚਦਾ ਦਿਹਾੜੀ ਕਰਕੇ ਤਾਂ ਗੱਲ ਨਹੀਂ ਸੂਤਰ ਆਉਂਦੀ। ਕੋਈ ਨਾ ਕੋਈ ਵੱਡਾ ਹੱਥ ਮਾਰ ਗਏ, ਤੇ ਵੱਡਾ ਹੱਥ ਨਹੀਂ ਪਿਆਰੇ ਵੱਜਦਾ, ਕੁਦਰਤ ਮਰਵਾ ਦੇਵੇ ਤੇ ਮਰਵਾ ਦੇਵੇ। ਵੱਡਾ ਹੱਥ ਬੰਦਾ ਕੋਈ ਮਾਰ ਨਹੀਂ ਸਕਦਾ। ਜ਼ਿੰਦਗੀ ਦੀ ਕਾਮਯਾਬੀ ਦਾ ਸ਼ਾਰਟਕੱਟ ਕੋਈ ਨਹੀਂ ਹੈਗਾ, ਤੇ ਜਿਨ੍ਹਾਂ ਨੇ ਜ਼ਿੰਦਗੀਆਂ ਨੂੰ ਸ਼ਾਰਟਕੱਟ ਦੇ ਵਿੱਚ ਕਾਮਯਾਬ ਕੀਤਾ, ਉਹ ਇੱਕ ਦਿਨ ਕੜਿੱਕੀ ਵਿੱਚ ਫਸ ਜਾਂਦੇ ਜਾ ਕੇ। ਸ਼ਾਰਟਕੱਟ ਕੁਦਰਤ ਦੇ ਦੇਵੇ ਤੇ ਦੇ ਦੇਵੇ, ਬੰਦੇ ਕੋਲ ਹੈ ਨਹੀਂ। ਕੋਈ ਆਖੇ ਮੈਂ ਰੱਬ ਬਣ ਜਾਵਾਂਗਾ, ਤੇ ਕੋਈ ਨਹੀਂ ਬਣਦਾ। ਇਹਨਾਂ ਕੋਲੇ ਸ਼ਾਰਟਕੱਟ ਹਨ ਰੱਬ ਬਣਦੇ, ਤੇ ਰੱਬ ਸ਼ਾਰਟਕੱਟ ਨਾਲ ਨਹੀਂ ਬਣਿਆ ਜਾਂਦਾ। ਸਮਾਧੀਆਂ 'ਚ ਬਹਿ ਕੇ, ਧਿਆਨਾਂ 'ਚ ਬਹਿ ਕੇ, ਪੋਥੀਆਂ ਪੜ੍ਹ ਕੇ, ਗੁੜ ਕੇ ਫੜ ਕੇ, ਇਸ ਤਰ੍ਹਾਂ ਨਹੀਂ ਬਣਿਆ ਜਾਂਦਾ। ਪਹਿਲਾਂ ਆਪਣੀ ਸੁਰਤ ਨੂੰ ਵੇਖੋ, ਮੰਨ ਗਈ ਤੁਹਾਡੀ ਸੁਰਤ? ਇਸ ਧਰਮ ਗ੍ਰੰਥ ਨੂੰ, ਜਿਹਨੂੰ ਕੋਈ ਗੁਰਬਾਣੀ ਕਹਿੰਦੇ, ਤੁਹਾਡੀ ਸੁਰਤ ਇਹਨੂੰ ਮੰਨ ਗਈ? ਬਿਲਕੁਲ ਹੀ ਨਹੀਂ ਮੰਨੀ, ਬਿਲਕੁਲ ਹੀ ਨਹੀਂ ਮੰਨੀ। ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਅਸੀਂ ਧਿਆਨ ਦੇ ਨਹੀਂ ਅਜੇ। ਅਸੀਂ ਤੇ ਕੇਵਲ ਪੜ੍ਹਨ ਵਾਲੇ ਨਿੱਕੇ ਨਿੱਕੇ ਬੱਚੇ ਹਾਂ। ਮੰਨੇ ਸੁਰਤ, ਤੇ ਸੁਰਤ ਸਾਡੀ ਮੰਨਦੀ ਨਹੀਂ। ਸੁਰਤ ਸਾਡੀ ਹੋਰ ਕੁਝ ਕਰ ਰਹੀ। ਸੁਰਤ ਤੇ ਰੱਬ ਨਾਲ ਲੜਾਈਆਂ ਕਰੇਗੀ ਜੇ ਇਸ ਪਾਸੇ ਨੂੰ ਚੱਲ ਪਈ। ਤੇ ਜੇ ਬਾਈ ਚਾਂਸ ਸਾਡੀ ਸੁਰਤ ਇਹ ਜਿਹੜਾ ਧਰਮ ਗ੍ਰੰਥ ਇਹਦੇ ਮੁਤਾਬਕ ਚੱਲ ਪਈ, ਤੇ ਗਰੰਟੀ ਤੁਹਾਨੂੰ ਹੁਣੇ ਦੇ ਦੇਣਾ ਲੈ ਕੇ। ਸਾਲ ਨੂੰ ਨਹੀਂ ਤੇ 6 ਮਹੀਨਿਆਂ ਨੂੰ, 2 ਸਾਲਾਂ ਨੂੰ ਤੇ 3 ਸਾਲਾਂ ਨੂੰ ਤੁਸੀਂ ਇਸੇ ਗੁਰੂ ਗ੍ਰੰਥ ਸਾਹਿਬ ਨਾਲ ਲੜਾਈ ਸ਼ੁਰੂ ਕਰੋਗੇ। ਬਾਬਾ ਮੈਂ ਤੇ ਤੈਨੂੰ ਮੰਨਿਆ ਸੀ,
मेरे कच्चे मकान ते पक्के कर दे, जे पक्के ते हुण कोठी बना दे, जे कोठी है ते हुण एक कार दे दे वधिया जी, ते एक कार है ते दो कर दे। तृष्णा नहीं मुकदी ते तू तां होर ही खेड चलाती, तू तां होर खेड चलाती। मेरे कर्मां तो वध के दे मैनू। ते गुरबाणी दे विच फरमान इहो है, इस तरह ना कर, जो तू लिखा के आया, जे किकर दा बूटा बीजिया ते ओहदे उत्तों तुगले लैणे। हुण तू किकर दा बूटा बीज के ते ओहदे नालों दाग दीआं बिजौं देस दीआं दाखां लाउणीਆਂ चाहुंदा। इस तरह हो नहीं सकदा, चाहे लख यतन कर लओ। तुसीं अपने खेत विच किकर दा बूटा बीज देना। तुहाडे गुआंढी ने लिया के अंबां दा बूटा, एक अमरूदां दा बूटा बहुत सोहना लाया होया ते बड़ी संभाल कीती। ਉਹਦੇ ਬੱਚੇ ਉਹਦੇ ਨਾਲੋਂ ਤੋੜ ਕੇ ਖਾਂਦੇ ਅੰਬ, ਉਹਦੇ ਨਾਲੇ ਤੋੜ ਕੇ ਖਾਂਦੇ ਅਮਰੂਦ। ਤੁਸੀਂ ਹੁਣ ਕਿੱਕਰ ਦੇ ਬੂਟੇ ਦੇ ਸਰਾਣੇ ਖਲੋ ਕੇ ਲੱਖ ਯਤਨ ਕਰੀ ਚਲੋ, ਬੇਵਕੂਫ ਮੈਂ ਤੈਨੂੰ ਸੰਭਾਲਿਆ ਬਹੁਤ ਵਧੀਆ। ਮੇਰੇ ਬੱਚੇ ਵੀ ਚਾਹੁੰਦੇ ਤੇਰੇ ਨਾਲੋਂ ਅਸੀਂ ਅੰਬ ਤੋੜ ਕੇ ਖਾਈਏ, ਅਸੀਂ ਤੇਰੇ ਨਾਲੋਂ ਅਮਰੂਦ ਤੋੜ ਕੇ ਖਾਈਏ, ਪਰ ਐਵੇਂ ਕਿਵੇਂ ਹੋ ਸਕਦਾ ਹੈ? ਸਤਿਗੁਰੂ ਨਾਨਕ ਥੋੜਾ ਮਰਦਾਨੇ ਨੂੰ ਭੁੱਖ ਲੱਗ ਗਈ ਤੇ ਲੈ ਵੀ ਬਾਬਾ ਮਾਲਕਾ ਭੁੱਖ ਬੜੀ ਲੱਗੀ ਤੇ ਦੇ, ਤੇ ਉਹ ਦੇ ਦੇ ਵਿੱਚ ਰੀਠੇ ਵੀ ਤੋੜ ਕੇ ਦੇ ਦੇ, ਉਹ ਵੀ ਮਿੱਠੇ ਦੇ, ਚੱਕ ਦੀਆਂ ਕੁੰਕੜੀਆਂ ਤੋੜ ਕੇ ਦੇ ਦੇ, ਉਹ ਵੀ ਮਿੱਠੀਆਂ। ਅਸੀਂ ਸਤਿਗੁਰੂ ਨਾਨਕ ਪਾਤਸ਼ਾਹ ਰਹੀ। ਅਸੀਂ ਤਾਂ ਨੋਰਮਲ ਸਿੱਖ ਹਾਂ। ਸੋ ਪਿਆਰੇ, ਗੁਰਬਾਣੀ ਜਿੰਨੀ ਸਾਨੂੰ ਸਮਝਾਉਂਦੀ, ਤੁਹਾਡੀ ਸੁਰਤ, ਤੁਹਾਡੀ ਸੋਚ, ਤੁਹਾਡੀ ਵਿਚਾਰ ਧਾਰਮਿਕ ਬਣੇਗੀ ਜਦੋਂ ਇਸ ਗੁਰਬਾਣੀ ਨੂੰ ਮੰਨੇਗੀ। ਸੁਰਤ, ਤੁਹਾਡੀ ਸੋਚ, ਤੁਹਾਡੇ ਵਿਚਾਰ, ਇਹਨੂੰ ਪੜਤਾਲ ਕੇ ਵੇਖ ਲੈਣਾ ਕੀ ਕਰਦੀ ਰਹਿੰਦੀ। ਬੰਦੇ ਤਿਲ ਖੋਜ ਹਰ ਰੋਜ਼, ਫੇਰ ਪਰੇਸ਼ਾਨੀ ਮਾਹੇ। ਤੈਨੂੰ ਪਰੇਸ਼ਾਨੀ ਨਹੀਂ ਆਉਂਦੀ ਕੋਈ, ਚਿੰਤਾ ਦੇ ਪਹਾੜਾਂ ਥੱਲੇ ਤੋਂ ਤਾਂ ਨੱਪਿਆ ਜਾਂਦਾ, ਕਿਉਂਕਿ ਤੂੰ ਆਪਣੇ ਆਪ ਨੂੰ ਸਮਝਦਾ ਹੈ ਮੈਂ ਹਾਂ ਤੇ ਮੈਨੂੰ ਬਾਬਾ ਦੇ, ਦੂਸਰਿਆਂ ਨੂੰ ਵੱਧ ਦੇ ਤੇ ਅੱਗੇ ਚਲਾ। ਧਰਮ ਤੈਨੂੰ ਐ ਸਮਝਾਉਂਦਾ, ਜੋ ਕੁਝ ਕਰ ਆਏ ਆ, ਜੋ ਬੂਟੇ ਬੀਜ ਆਇਆ ਉਹਦੇ ਹੋਣ ਤੈਨੂੰ ਫਲ ਮਿਲਣੇ, ਤੇ ਖਾਈ ਚੱਲ ਚੁੱਪ ਕਰਕੇ। ਅੱਗੇ ਤੋਂ ਧਿਆਨ ਰੱਖੀ, ਕਿਸੇ ਨਾਲ ਧੱਕਾ ਨਾ ਕਰੀ, ਕਿਸੇ ਗਰੀਬ ਗੁਰਬੇ ਦਾ ਖਾਈ ਨਾ, ਕਿਸੇ ਦਾ ਦਿਲ ਨਾ ਦਿਖਾਈ, ਕਿਸੇ ਦਾ ਦਿਲ ਨਾ ਦਿਖਾਈ। ਬੁੱਲੇ ਸ਼ਾਹ ਨੇ ਵੀ ਕਿਹਾ ਸੀ, ਉਹ ਕਹਿੰਦਾ ਮੰਦਰ ਢਾ ਦੇ, ਮਸਜਿਦ ਢਾ ਦੇ, ਤੇ ਢਾ ਦੇ ਜੋ ਕੁਝ ਢਹਿੰਦਾ ਹੀ, ਜੋ ਕੁਝ ਢਹਿੰਦਾ ਹੀ ਢਾ ਦੇ, ਪਰ ਬੰਦਿਆ ਮਨ ਦਾ, ਬੰਦੇ ਦਾ ਮਨ ਨਾ ਢਾਈ, ਪਰ ਬੰਦੇ ਦਾ ਮਨ ਨਾ ਢਾਈ। ਆਂਦਾ ਇਹ ਕਿਉਂ? ਆਂਦਾ ਇਹਦੇ ਵਿੱਚ ਉਹ ਖੁਦਾ ਆਪ ਰਹਿੰਦਾ ਹੀ, ਬੰਦੇ ਦਾ ਮਨ। ਤੇ ਕਿਸੇ ਦੇ ਮਨ ਨੂੰ ਦੁਖੀ ਕਰੋਗੇ, ਕਿਸੇ ਗਰੀਬ ਨੂੰ, ਤੇ ਉਹ ਪਿਆਰੇ ਬੂਟੇ ਬੀਜ ਦਿੱਤੇ ਤੁਸੀਂ, ਉਹ ਤਾਂ ਬੂਟੇ ਬੀਜ ਦਿੱਤੇ। ਅੱਜ ਤੁਸੀਂ ਅਮੀਰ ਹੋ, ਹੰਕਾਰ ਬਹੁਤ ਜ਼ਿਆਦਾ। ਗਰੀਬ ਨੂੰ ਜੇ ਤੁਸੀਂ ਦਿਹਾੜੀ ਤੇ ਲੈ ਆਂਦਾ ਤੇ ਰੋਹ ਵੀ ਬੜਾ ਝਾੜਦੇ, ਉਹਦੇ ਸਰਾਣੇ ਖਲੋਤੇ ਰਹਿੰਦੇ। ਉਹਦੀ ਆਤਮਾ ਅੰਦਰੇ ਅੰਦਰ ਕਲਪਦੀ, ਉਹ ਜਿਹੜੀ ਉਹਦੀ ਅੰਦਰੇ ਅੰਦਰ ਕਲਪਨਾ ਹੈ, ਤੁਸਾਂ ਤੇ ਰੁਪਈਏ 150 ਬਚਾ ਲੈ, ਪਰ ਜਿਹੜਾ ਬੂਟਾ ਬੀਜ ਦਿੱਤਾ ਹੁਣ ਇਹਦਾ ਫਲ ਖਾਣਾ ਪੈਣਾ। ਇਹਨਾਂ ਵੀ ਯਾਦ ਰੱਖ ਲਿਓ, ਜੇ ਤੁਹਾਨੂੰ ਬੰਦਾ ਨਹੀਂ ਪਸੰਦ ਆਉਂਦਾ ਤੇ ਅਗਲੇ ਦਿਨ ਬੰਦਾ ਬਦਲ ਲਿਓ, ਕੋਈ ਫਰਕ ਨਹੀਂ ਪੈਂਦਾ। ਪਰ ਬੰਦੇ ਦੇ ਸਿਰ ਉੱਤੇ ਖਲੋ ਕੇ ਇੰਨਾ ਕਰੋਬ ਝਾੜਨਾ, ਗਰੀਬਾਂ ਉੱਪਰ ਜਿਹੜੀ ਖਿੰਝੇ ਦਾੜੀ ਪਾਰ ਬਣਨ ਤੇ ਨਗਨ में साड़ी पूरा न्याऊ करे करतार, अपने दास को रखना हाथ दास बन के रहो। उस निरंकार दे धर्म ग्रंथ है ही समझाਉਂਦੇ, ਬੇਪਰਵਾਹੀ ਹੋ ਕੇ ਨਾ ਚਲੋ। ਜੇ ਤੁਸੀਂ ਬੇਪਰਵਾਹ ਹੋ ਕੇ ਚੱਲਦੇ ਹੋ ਤੇ ਨਿਰੰਕਾਰ ਤੁਹਾਡੇ ਨਾਲੋਂ ਅਰਬਾਂ ਖਰਬਾਂ ਜ਼ਿਆਦਾ ਬੇਪਰਵਾਹ ਹੈ, ਉਹ ਤੁਹਾਡੇ ਨਾਲੋਂ ਅਰਬਾਂ ਖਰਬਾਂ ਜ਼ਿਆਦਾ ਬੇਪਰਵਾਹ ਹੈ। ਬੇਪਰਵਾਹੀ ਦੇ ਵਿੱਚ ਨਹੀਂ ਚੱਲਣਾ। ਜ਼ਿੰਦਗੀ ਨੂੰ ਜੋ ਕੁਝ ਤੁਹਾਨੂੰ ਮਿਲਿਆ ਉਹਦੇ ਵਿੱਚ ਬੜੇ ਸਬਰ ਸੰਤੋਖ ਦੇ ਨਾਲ ਜੀਵਨ ਬਤੀਤ ਕਰਨਾ, ਉਹਦੀ ਰਜਾ ਵਿੱਚ ਰਾਜੀ ਰਹਿਣਾ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਵਸਾ ਕੇ ਰੱਖਣਾ, ਉਹਦਾ ਧੰਨਵਾਦ ਕਰਦੇ ਰਹਿਣਾ। ਭਾਵੇਂ ਇੰਨਾ ਨਹੀਂ ਸੌਖਾ, ਚਾਹੇ ਇੰਨਾ ਨਹੀਂ ਸੌਖਾ। ਧਾਰਮਿਕ ਅਸੀਂ ਕਦੋਂ ਹੋਵਾਂਗੇ? ਜਦੋਂ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਵਸਾਵਾਂਗੇ, ਉਹਨੂੰ ਦੁੱਖ ਸੁੱਖ ਦੱਸਾਂਗੇ। ਸਾਡੀਆਂ ਪ੍ਰੋਬਲਮਾਂ ਮੈਨੂੰ ਪਤਾ ਹੈ, ਅਜੇ ਅਸੀਂ ਧਾਰਮਿਕ ਨਹੀਂ, ਅਜੇ ਤੇ ਅਸੀਂ ਆਪਣੀਆਂ ਪ੍ਰੋਬਲਮਾਂ ਨਾਲ ਜੂਝ ਰਹੇ ਹਾਂ। ਜੋ ਸਾਡੀਆਂ ਮੁਸ਼ਕਲਾਂ ਚੱਲਦੀਆਂ ਅਜੇ ਤੇ ਅਸੀਂ ਉਹਦੇ ਨਾਲ ਜੂਝ ਰਹੇ ਹਾਂ। ਜਿਸ ਦਿਨ ਇਹਨਾਂ ਮੁਸ਼ਕਲਾਂ ਤੋਂ ਉੱਚੀ ਉੱਠ ਕੇ ਸਾਨੂੰ ਇੰਨੀ ਕੁ ਸਮਝ ਆ ਜਾਵੇਗੀ, ਸਾਡੀ ਸੁਰਤੀ, ਸਾਡੀ ਬੁੱਧ, ਸਾਡੀ ਵਿਚਾਰ, ਸਾਡੀ ਅਕਲ, ਸਾਡਾ ਮਾਈਂਡ ਇੰਨਾ ਕੁ ਸਤਿਕਾਰ ਕਰ ਲਵੇਗਾ, ਇਹ ਪਿਆਰੇ ਹੋ ਕੇ ਹੀ ਰਹਿਣਾ। ਜਿਸ ਤਰ੍ਹਾਂ ਦਾ ਜੀਵਨ ਮਿਲ ਗਿਆ, ਜੋ ਕੁਝ ਉਹਨੇ ਲਿਖ ਦਿੱਤਾ ਬਿਲਕੁਲ ਹੋਵੇਗਾ। ਤੇ ਇਹਦੇ ਤੋਂ ਉੱਚੀ ਉੱਠ ਕੇ ਨਿਰੰਕਾਰ ਦੇ ਨਾਲ ਪ੍ਰੇਮ ਨਾਲ ਵਿਚਾਰਾਂ ਚੱਲ ਪੈਣਗੀਆਂ। ਪਰ ਇੰਨੀ ਜਲਦੀ ਤੇ ਨੇ ਨਾ, ਉਹਨੂੰ ਛੱਡ ਨਹੀਂ ਦੇਣਾ।
ਆਪਾਂ ਛੱਡ ਤੇ ਨਹੀਂ ਨਾ ਦੇਣਾ। ਸੋ ਰਿਝੇ ਵਿਚਾਰ ਸਤਿਗੁਰੂ ਜੀ ਕਹਿੰਦੇ ਮੰਨੇ ਸੁਰਤ ਹੋਵੇ ਮਨ ਬੁੱਧ, ਤੁਹਾਡੀ ਸੁਰਤੀ ਤੁਹਾਡੀ ਬੁੱਧ ਤੁਹਾਡੀ ਅਕਲ ਧਾਰਮਿਕ ਬਣ ਜਾਵੇਗੀ। ਕਦੋਂ? ਜਦੋਂ ਤੁਸੀਂ ਰੱਬ ਨੂੰ ਖੁਦਾ ਨੂੰ ਸੱਚੀ ਮੁੱਚੀ ਮੰਨ ਲਓਗੇ, ਉਹਦੀ ਰਜ਼ਾ ਵਿੱਚ ਰਾਜੀ ਰਹੋਗੇ, ਉਹਦੀ ਸਭ ਤੋਂ ਸਲਾਹ ਕਰਦੇ ਰਹੋਗੇ। ਸੋ ਸਤਿਗੁਰੂ ਜੀ ਕਹਿੰਦੇ ਮੰਨੇ ਸਗਲ ਭਵਨ ਕੀ ਸੁੱਧ, ਤੁਹਾਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਵੇਗੀ। ਕਿੱਥੇ? ਮਾਈਂਡ ਵਿੱਚ, ਵਿਚਾਰ ਵਿੱਚ, ਬੁੱਧੀ ਵਿੱਚ, ਅਕਲ ਵਿੱਚ, ਸਾਰੇ ਭਵਨ ਉਹਨਾਂ ਦੀ ਸੋਝੀ ਹੋ ਜਾਵੇਗੀ। ਹੁਣ ਜੇ ਵੇਖੀਏ ਸਾਡੀ ਧਰਤੀ ਤੋਂ ਥੱਲੇ ਧਰਤੀਆਂ ਹਨ ਕੁਝ, ਸਾਡੀ ਧਰਤੀ ਤੋਂ ਉੱਤੇ ਧਰਤੀਆਂ ਹਨ। ਮੈਨੂੰ ਅੱਜ ਵੀ ਪਤਾ ਬਚਪਨ ਜਿਹੜਾ ਬੱਚੇ ਜਿਹੜੇ ਅੱਜ ਨਿੱਕੇ ਨਿੱਕੇ, ਤੇ ਮੈਂ ਵੀ ਬਚਪਨ ਵਿੱਚੋਂ ਨਿਕਲਿਆ ਤੇ ਬਜ਼ੁਰਗ ਵੀ ਬਚਪਨ ਵਿੱਚੋਂ ਨਿਕਲੇ, ਬਾਕੀ ਸੱਚੀ ਮੁੱਚੀ ਇੰਝ ਗਿਣਦੇ ਸਾਂ ਧਰਤੀ ਕੋਈ ਚਪਟੀ ਹੈ। ਬਜ਼ੁਰਗ ਕਹਿੰਦੇ ਖੂਹ ਪੁੱਟਿਆ ਤੇ ਉਹਦੇ ਵਿੱਚੋਂ ਕੋਈ ਗਿੜ ਮੁੱਠੀਏ ਨਿਕਲੇ, ਫਲਾਣੇ ਫਲਾਣੇ ਪਿੰਡ ਉਹਨਾਂ ਨੇ ਰੂਮ ਦੇ ਵਿੱਚ ਵਲੇਟ ਕੇ ਰੱਖੀ, ਤੇ ਸੱਚ ਸਮਝਦੇ ਸ਼ਾਇਦ ਇਸ ਤਰ੍ਹਾਂ ਹੀ ਹੋਵੇਗਾ। ਪਤਾ ਨਹੀਂ ਧਰਤੀ ਖਲੋਤੀ ਕਾਹਦੇ ਤੀ ਕਿਵੇਂ। ਅੱਜ ਸਾਇੰਸ ਨੇ ਸਮਝਾ ਦਿੱਤਾ, ਕੈਮਰੇ ਦੀ ਅੱਖ ਨਾਲ ਵਿਖਾ ਦਿੱਤਾ, ਇਹ ਤੇ ਇੱਕ ਗੋਲਾ ਧਰਤੀ ਉੜਦੀ ਫਿਰਦੀ ਆਕਾਸ਼ ਵਿੱਚ, ਕੋਈ ਥੰਮੀ ਨਹੀਂ ਲੱਗੀ ਇਹਨੂੰ, ਕੋਈ ਕਿਸੇ ਪਾਸੇ ਰੱਸੀ ਨਹੀਂ ਪਈ, ਕਿਸੇ ਨੇ ਇਹਨੂੰ ਬੰਨਿਆ ਨਹੀਂ, ਕੋਈ ਬਲਦ ਦੇ ਸਿਰ ਤੇ ਨਹੀਂ ਖਲੋਤੀ ਕਿਸੇ ਦੇ। ਇਹ ਤੇ ਧਰਮ ਹੈ, ਧਰਮ ਧੌਲ ਦਇਆ ਕਾ ਪੂਤ, ਇਹ ਤੇ ਦਇਆ ਦਾ ਪੁੱਤਰ ਧਰਮ ਹੈ ਜਿਸ ਨੇ ਇਸ ਨੂੰ ਖਿਲਾਰਿਆ ਹੋਇਆ ਧਰਤੀ ਨੂੰ। ਸਾਇੰਸ ਵੀ ਹੈਰਾਨ, ਪਰ ਸਾਇੰਸ ਲੱਖ ਯਤਨ ਕਰਕੇ 100 ਸਿਆਪੇ ਕਰਕੇ ਇੱਕ ਰਾਕਟ ਸਕਾਈ ਲੈ ਸਪੇਸ ਸ਼ਟਲ ਉੱਪਰ ਭੇਜਦੀ। ਜੇ ਲੱਖ ਯਤਨ ਕਰਕੇ ਵੀ ਕਵੇ ਮੈਂ ਵੀ ਧਰਤੀ ਤਰ੍ਹਾਂ ਆਪਣੇ ਸਕਾਈ ਲੇਬ ਨੂੰ ਚਲਾ ਸਕਾਂ, ਨਹੀਂ ਚਲਾ ਸਕਦੀ। ਲੱਖ ਯਤਨ ਕਰਕੇ ਵੀ ਧਰਤੀ ਦਾ ਰਾਉਂਡ ਤੇ ਲਾਉਣਾ ਸ਼ੁਰੂ ਕਰ ਦੇਵੇਗਾ ਉਹ, ਜਿਸ ਤਰ੍ਹਾਂ ਧਰਤੀ ਚੱਲਦੀ ਐਵੇਂ ਨਹੀਂ ਚਲਾ ਸਕਦੇ। ਇਹਨਾਂ ਨੂੰ ਵੀ ਪਤਾ ਹੈ એનર્ਜੀ ਦੀ ਲੋੜ ਹੁੰਦੀ, ਉਹਦੇ ਵਿੱਚ એનર્ਜੀ ਪੈਦਾ ਕਰਨ ਵਾਸਤੇ ਸਪੈਸ਼ਲ ਬੈਟਰੀਆਂ ਰੱਖੀਆਂ ਜਾਂਦੀਆਂ ਜਿਨ੍ਹਾਂ ਦੀ ਲਾਈਫ ਬਹੁਤ ਆ। ਅੱਜ ਕੱਲ੍ਹ ਸ਼ਾਇਦ ਜਿਹੜੇ ਵਿਚਾਰਦੇ ਉਹਨਾਂ ਨੂੰ ਪਤਾ, ਬਾਈਕ ਮੋਟਰਸਾਈਕਲ ਸਾਇੰਸ ਮਾਰਕੀਟ ਵਿੱਚ ਲਿਆ ਰਹੀ ਤੇ ਉਹਨਾਂ ਦੇ ਵਿੱਚ ਜਿਹੜੀਆਂ ਬੈਟਰੀਆਂ ਉਹ ਰੱਖ ਰਹੀ। ਮੋਬਾਈਲਾਂ ਦੇ ਵਿੱਚ ਉਹ ਬੈਟਰੀਆਂ ਸਿੱਧੇ ਸਿੱਧੇ ਆਉਣਗੀਆਂ ਜਿਨ੍ਹਾਂ ਦੀ ਲਾਈਫ ਬੜੀ 10-10 20-20 30-30 40-40 50-50 ਸਾਲ ਚੱਲਣ ਵਾਲੀਆਂ, ਕੀਮਤ ਬਹੁਤ ਜ਼ਿਆਦਾ। ਉਹਨਾਂ ਨੂੰ ਚਾਰਜ ਕਰਨ ਵਾਸਤੇ ਸੂਰਜ ਦੀ ਰੋਸ਼ਨੀ ਤੋਂ ਚਾਰਜ ਹੁੰਦੀਆਂ ਤੇ ਚੱਲਦੀਆਂ, ਉਹਨਾਂ ਬੈਟਰੀਆਂ ਦੇ ਆਸਰੇ ਉਹਨੂੰ ਚਲਾਉਂਦੇ। ਪਰ ਧਰਤੀ ਦੀ ਕਿਹੜੀ ਬੈਟਰੀ ਹੈ? ਧਰਤੀ ਨੂੰ ਕੌਣ ਚਾਰਜ ਕਰਦਾ? ਇਹਦੇ ਕਿਹੜੇ ਪੱਖੇ ਲੱਗੇ ਹੋਏ, ਇਹਦੇ ਕਿਹੜੇ ਇੰਜਣ ਲੱਗਾ ਹੋਇਆ? ਇਹ ਤੁਹਾਡੀ ਸੁਰਤੀ, ਤੁਹਾਡਾ ਗਿਆਨ, ਤੁਹਾਡਾ ਸਹਿਜ ਸਿਰਜੇ ਸਿਰਜੇ ਪ੍ਰਮਾਤਮਾ ਨੂੰ ਸਮਝਣ ਲੱਗੇਗਾ ਰੱਬ ਹੈ ਕੀ। ਤੁਸੀਂ ਆਪਣੇ ਤੋਂ ਆਪਣਾ ਜਿਹੜਾ ਧਿਆਨ ਹੈ ਉਹ ਹਟਾ ਦਿਓਗੇ, ਕੁਦਰਤ ਨੂੰ ਸਮਝਣ ਵਾਲੇ ਪਾਸੇ ਨੂੰ ਚੱਲ ਪਓਗੇ। ਸੁਰਤੀ ਤੁਹਾਡੀ ਖੰਡਾ ਬ੍ਰਹਮੰਡਾਂ ਦੀ ਵਿਚਾਰ ਕਰਨ ਲੱਗੇਗੀ। ਸਾਡੇ ਦੇਸ਼ ਦੇ ਰਿਸ਼ੀ, ਸਾਡੇ ਦੇਸ਼ ਦੇ ਮੁਨੀ ਬੜਾ ਚਿਰ ਪਹਿਲਾਂ ਨਵਾਂ ਖੰਡਾਂ ਨੂੰ ਜਾਣਦੇ ਸਨ, ਐਦੋਂ ਪਰਾਂ ਨਹੀਂ। ਐਦੋਂ ਪਰਾਂ ਸਾਇੰਸ ਨੇ ਵਿਖਾਇਆ ਆਪਣੇ ਕੈਮਰੇ ਦੀ ਅੱਖ ਨਾਲ। ਸੋ ਸਤਿਗੁਰੂ ਜੀ ਕਹਿੰਦੇ ਮੰਨੇ ਸਗਲ ਭਵਨ ਕੀ ਸੁਰਤ, ਸਾਰੇ ਭਵਨਾਂ ਦੀ ਤੁਹਾਨੂੰ ਸੋਝੀ ਹੋ ਜਾਵੇਗੀ ਜੇਕਰ ਰੱਬ ਨੂੰ ਮੰਨੋਗੇ, ਜੇਕਰ ਵਾਹਿਗੁਰੂ ਜੀ ਨੂੰ ਮੰਨੋਗੇ। ਬਸ ਸਾਡੀ ਸੁਰਤ, ਸਾਡੀ ਸੋਚ, ਸਾਡੀ ਵਿਚਾਰ ਵਾਹਿਗੁਰੂ ਜੀ ਨੂੰ ਮੰਨ ਨਹੀਂ ਰਹੀ। ਅਸੀਂ ਤਾਂ ਕੇਵਲ ਗੁਰਬਾਣੀ ਪੜ੍ਹ ਰਹੇ ਹਾਂ, ਅਸੀਂ ਤਾਂ ਕੇਵਲ ਧਾਰਮਿਕ ਹਾਂ। ਅਜੇ ਰੱਬ ਨੂੰ ਮੰਨ ਜਾਈਏ, ਅਜੇ ਇੰਨੇ ਜਵਾਨ ਨਹੀਂ ਹੋਏ, ਅਜੇ ਅਸੀਂ ਜਵਾਕ ਹਾਂ, ਬੱਚੇ ਨਿੱਕੇ ਨਿੱਕੇ। ਸੋ ਜੇ ਅਸੀਂ ਧਾਰਮਿਕ ਬਣੇ ਵੀ ਤੇ ਕੁਝ ਪ੍ਰਾਪਤ ਕਰਨਾ ਚਾਹੁੰਦੇ, ਕੁਝ ਲੱਭਣਾ ਚਾਹੁੰਦੇ, ਕੁਝ ਅਸੀਂ ਬਣਨਾ ਚਾਹੁੰਦੇ, ਜੇ ਰੱਬਾ ਤੂੰ ਕੁਛ ਹੈ ਤੇ ਅਸੀਂ ਵੀ ਕੁਝ ਬਣ ਕੇ ਵਿਖਾਈਏ ਤੈਨੂੰ, ਤੇ ਦੇ ਸਾਨੂੰ ਵੀ ਤਾਕਤ, ਦੇ ਸਾਨੂੰ ਵੀ ਪਾਵਰ। ਧਾਰਮਿਕ ਕੌਣ ਹੈ? ਪਾਵਰਾਂ ਤੁਹਾਡੇ ਘੇਰੇ ਬੰਨੇ ਤੁਰੀਆਂ ਫਿਰਨਗੀਆਂ, ਘੇਰੇ ਬੰਨੇ ਤੇ ਘੇਰਾ ਬਾਹ ਕੇ ਉਹਨਾਂ ਨੂੰ ਦੂਰ ਰੱਖੋਗੇ। ਨਹੀਂ, ਤੁਹਾਡੀ ਲੋੜ ਨਹੀਂ ਸਾਨੂੰ, ਤੇ ਰੱਬ ਦੇ ਅਸੀਂ ਆਸ਼ਕ ਹਾਂ ਤੇ ਰੱਬ ਦੇ ਨਾਲ ਹੀ ਚੱਲਣ ਵਾਲੇ। ਸਾਨੂੰ ਕਿਸੇ ਰਿਧੀ ਦੀ, ਕਿਸੇ ਸਿੱਧੀ ਦੀ, ਕਿਸੇ ਤਾਕਤ ਦੀ, ਕਿਸੇ ਪਾਵਰ ਦੀ ਲੋੜ ਨਹੀਂ। ਨਾ ਅਸੀਂ ਬਾਬਾ ਬਣਨਾ ਚਾਹੁੰਦੇ ਤੇ ਨਾ ਅਸੀਂ ਖੁਦਾ ਬਣਨਾ ਚਾਹੁੰਦੇ ਤੇ ਨਾ ਅਸੀਂ ਰੱਬ ਬਣਨਾ ਚਾਹੁੰਦੇ। ਇੱਕੋ ਹੀ ਖੁਦਾ ਹੈ, ਇੱਕੋ ਹੀ ਬਾਬਾ ਹੈ, ਇੱਕੋ ਹੀ ਰੱਬ ਹੈ। ਬਸ ਉਹਨੂੰ ਚਲਾਉਣ ਦਿਓ ਸ੍ਰਿਸ਼ਟੀ ਨੂੰ, ਉਹ ਚਲਾਉਣ ਵਾਲਾ ਬੜਾ ਸੋਹਣਾ ਚਲਾ ਰਿਹਾ। ਅਸੀਂ ਜਿਹੜੇ ਰੱਬ ਬਣ ਕੇ ਆਪਦੇ ਹਿਸਾਬ ਨਾਲ ਚਲਾਉਣਾ ਚਾਹੀਏ। ਚਾਹੇ ਤੁਹਾਨੂੰ ਸੋਝੀ ਹੋ ਜਾਵੇ ਖੰਡਾ ਬ੍ਰਹਮੰਡਾਂ ਦੀ, ਪਰ ਚਲਾ ਕੌਣ ਰਹੀ ਹੈ? ਕੁਦਰਤ। ਫਿਰ ਤੁਸੀਂ ਲੱਖ ਯਤਨ ਕਰਕੇ ਵੀ ਇਸ ਕੁਦਰਤ ਦੇ ਬਣਾਏ ਹੋਏ ਨਿਯਮ ਨੂੰ ਤੁਸੀਂ ਆਪਣੇ ਹੱਥ ਵਿੱਚ ਨਹੀਂ ਕਰ ਸਕਦੇ, ਚਾਹੇ ਜਿੰਨੀ ਮਰਜ਼ੀ ਪਾਵਰ ਹੱਥ ਵਿੱਚ ਹੋਵੇ ਤੁਹਾਡੇ। ਸੋ ਸਤਿਗੁਰੂ ਜੀ ਕਹਿੰਦੇ ਤੁਹਾਡੀ ਸੁਰਤ, ਤੁਹਾਡੀ ਸੋਝੀ ਸਭ ਕੁਝ ਨੂੰ ਜਾਣ ਜਾਵੇਗੀ ਜੇਕਰ ਤੁਸੀਂ ਰੱਬ ਨੂੰ ਮੰਨੋਗੇ। ਮੰਨੇ ਮੂੰਹ ਚੋਟਾ ਨਾ ਖਾਏ, ਮੂੰਹ ਚੋਟਾ ਨਾ ਖਾਏ। ਬੰਦਾ ਮੂੰਹ ਵਿੱਚੋਂ ਬੋਲ ਕੱਢਦਾ, ਜੇ ਤੁਹਾਡੇ ਮੂੰਹ ਵਿੱਚੋਂ ਕੱਢਿਆ ਹੋਇਆ ਬੋਲ ਤੁਹਾਨੂੰ ਬਾਦਸ਼ਾਹ ਬਣਾ ਸਕਦਾ ਤੇ ਇਹੋ ਹੀ ਤੁਹਾਨੂੰ ਫਾਂਸੀ ਤੇ ਵੀ ਲਟਕਾ ਸਕਦਾ।
ਧਰਮ ਤੁਹਾਨੂੰ ਕੀ ਸਮਝਾਉਂਦਾ? ਸੋਚ ਕੇ ਵਿਚਾਰ ਕੇ ਲਫ਼ਜ਼ ਬੋਲਣੇ ਤੇ ਪਹਿਲਾਂ ਤੋਲਣਾ ਤੇ ਫੇਰ ਬੋਲਣਾ, ਪਹਿਲਾਂ ਤੋਲਣਾ ਤੇ ਫੇਰ ਬੋਲਣਾ। ਰੱਖ ਕਰਦੀ ਮੂੰਹ ਫੱਟ ਨਹੀਂ ਹੋਣਾ, ਮੂੰਹ ਫੱਟ ਜੋ ਕੁਝ ਮਨ ਵਿੱਚੋਂ ਆਇਆ ਕੱਢ ਦਿੱਤਾ ਉਹ ਤੁਹਾਨੂੰ ਫਸਾ ਦੇਵੇਗਾ। ਮੂੰਹ ਵਿੱਚੋਂ ਕਿਸੇ ਤਗੜੇ ਦੇ ਅੱਗੇ ਬੋਲੇਗਾ ਤੇ ਫਿਰ ਮੂੰਹ ਦੇ ਵਿੱਚੋਂ ਰੱਬ ਦੇ ਬਰਖਲਾਫ ਕੋਈ ਬੋਲ ਨਾ ਬੋਲੋ। ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ, ਕਿਹੜਾ ਰੱਬ, ਤੇ ਫਿਰ ਮੂੰਹ ਵਿੱਚੋਂ ਨਿਕਲਿਆ ਹੋਇਆ ਬੋਲ, ਉਹ ਫਿਰ ਤੁਸੀਂ ਉਹਦੀਆਂ ਚੋਟਾਂ ਖਾਓਗੇ, ਚੋਟਾਂ ਖਾਓਗੇ। ਤੁਸੀਂ 4 ਸ਼ਕਤੀਆਂ ਹਾਸਲ ਕਰ ਲਈਆਂ, ਤੁਸੀਂ 4 ਤਾਕਤਾਂ ਹਾਸਲ ਕਰ ਲਈਆਂ। ਹੋ ਸਕਦਾ ਤੁਹਾਡੇ ਹੱਥ ਵਿੱਚ ਅਜਰਾਈ ਨਫਰੇਸਤਾ ਆ ਗਿਆ ਹੋਵੇ, ਹੋ ਸਕਦਾ ਤੁਹਾਡੇ ਕੋਲ ਕਈ ਤਾਕਤਾਂ ਹੋਣ। ਕਈਆਂ ਨੂੰ ਤੁਸੀਂ ਦੁੱਖ ਦੇਣ ਦੀ ਪਾਵਰ ਰੱਖਦੇ ਹੋ, ਕਈਆਂ ਨੂੰ ਪੁੱਤ ਵੰਡਣ ਦੀ ਪਾਵਰ ਰੱਖਦੇ ਹੋ, ਕਈਆਂ ਨੂੰ ਦੁੱਖ ਵੰਡਣ ਦੀ ਤੇ ਕਈਆਂ ਨੂੰ ਸੁੱਖ ਵੰਡਣ ਦੀ ਤੇ ਕਈਆਂ ਨੂੰ ਆਪਣੇ ਹਿਸਾਬ ਚਾਲ ਚਲਾਉਣ ਦੀ ਪਾਵਰ ਰੱਖਦੇ ਹੋ, ਲੈ ਲਈ ਹੋਵੇ ਕੁਦਰਤ ਤੋਂ। ਹੁਣ ਜੇ ਕਦੀ ਕੁਦਰਤ ਦਾ ਬੰਦਾ ਤੁਹਾਡੇ ਆ ਕੇ ਖਲੋ ਗਿਆ ਨੇੜੇ ਤੇ ਕੁਦਰਤ ਦਾ